ਵੈਲਕਮ ਬੈਕ। ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬੀ ਸੂਬਾ ਮੂਵਮੈਂਟ ਤੇ 1956 ਤੱਕ ਕੀ ਹੋਇਆ, ਉਹਦੀਆਂ ਅੱਧੀਆਂ ਘਟਨਾਵਾਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਹੁਣ ਉਸ ਤੋਂ ਅੱਗੇ ਕੰਟੀਨਿਊ ਕਰਾਂਗੇ। ਪੰਜਾਬੀ ਸੂਬਾ ਮੂਵਮੈਂਟ 1956 ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣ ਜਾਂਦੇ ਨੇ। ਬੜੀ ਹੀ ਚਲਾਕੀ, ਸ਼ੈਤਾਨੀ, ਬੜੇ ਤਜਰਬੇ ਦੇ ਨਾਲ, ਬੜਾ ਅੱਛੇ ਢੰਗ ਦੇ ਨਾਲ ਇੱਕ ਤਰ੍ਹਾਂ ਨਾਲ ਉਹ ਪੰਜਾਬੀ ਸੂਬੇ ਮੂਵਮੈਂਟ ਨੂੰ ਠੱਲ ਪਾਉਂਦੇ ਨੇ ਰੀਜਨਲ ਫਾਰਮੂਲਾ ਦੇ ਕੇ, ਜਿਹਦੇ ਚੋਂ ਦੋ ਰੀਜਨ ਪੰਜਾਬ ਦੇ ਅਲੱਗ-ਅਲੱਗ ਬਣਾਉਂਦੇ ਨੇ। ਗੱਲ ਕਰਦੇ ਨੇ ਕਿ ਹਿੰਦੀ ਬਣਾਵਾਂਗੇ, ਪੰਜਾਬੀ ਸੂਬਾ ਬਣਾਵਾਂਗੇ, ਤੇ ਫਿਰ ਇੱਕ ਤਰ੍ਹਾਂ ਨਾਲ ਕਾਂਗਰਸ ਨੂੰ ਆਪਣੇ ਨਾਲ, ਕਾਂਗਰਸ ਤੇ ਅਕਾਲੀ ਦਲ ਅਲਾਈਅੰਸ ਦੇ ਵਿੱਚ ਆ ਕੇ ਇਕੱਠੇ ਹੀ 1957 ਦੀਆਂ ਚੋਣਾਂ ਦੀ ਤਿਆਰੀ ਕਰਦੇ ਆ। ਪ੍ਰਤਾਪ ਸਿੰਘ ਕੈਰੋਂ ਨੇ ਬਹੁਤ ਜ਼ਬਰਦਸਤ ਢੰਗ ਦੇ ਨਾਲ ਕੰਮ ਕੀਤਾ ਹੁੰਦਾ। ਉਹਨਾਂ ਦੀ ਆਟੋਬਾਇਓਗ੍ਰਾਫੀ ਲਿਖੀ, ਉਹਨਾਂ ਦੀ ਬਾਇਓਗ੍ਰਾਫੀ ਆ, ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਲਿਖੀ ਆ। ਉਹਨੂੰ ਪੜ੍ਹਦੇ ਆ ਤਾਂ ਕਾਫੀ ਗੱਲਾਂ ਕਲੀਅਰ ਹੁੰਦੀਆਂ ਨੇ। ਔਰ ਨਾਲ ਹੋਰ ਵੀ ਕਿਤਾਬਾਂ ਜਿਹੜੀਆਂ ਹੋਰ ਪੱਖਾਂ ਤੋਂ ਲਿਖੀਆਂ ਗਈਆਂ ਨੇ, ਅਕਾਲੀ ਦਲ ਪੱਖ ਤੋਂ ਜਾਂ ਕਾਂਗਰਸ ਦੇ ਜਾਂ ਉਸ ਟਾਈਮ ਦੇ ਹੋਰ ਡਿਪਲੋਮੈਟਸ ਵੱਲੋਂ ਜਾਂ ਬਿਊਰੋਕਰੇਟਸ ਵੱਲੋਂ, ਉਹਨਾਂ ਤੋਂ ਪਤਾ ਲੱਗਦਾ ਕਿ ਪ੍ਰਤਾਪ ਸਿੰਘ ਕੈਰੋਂ ਨੇ ਵਾਕਈ ਹੀ ਬਹੁਤ ਹੀ ਡਾਇਲੈਕਟ ਦੇ ਢੰਗ ਦੇ ਨਾਲ, ਗੱਲਬਾਤ ਦੇ ਢੰਗ ਦੇ ਨਾਲ ਇਹ ਸਾਰੇ ਦਾ ਸਾਰਾ ਜਿਹੜਾ ਐਕਸਟ੍ਰੀਮ ਵੇ ਦੇ ਨਾਲ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਚੱਲ ਰਹੀ ਸੀ, ਐਕਸਟ੍ਰੀਮ ਰਿਲੀਜੀਅਸ ਪਰਸਪੈਕਟਿਵ ਤੋਂ ਔਰ ਬਹੁਤ ਹੀ ਐਕਸਟ੍ਰੀਮ ਪੰਜਾਬੀਇਜ਼ਮ ਸੀਗਾ, ਉਹਨੂੰ ਠੱਲ ਪਾਈ। ਪ੍ਰਤਾਪ ਸਿੰਘ ਕੈਰੋਂ ਦਾ ਰੀਜਨਲ ਫਾਰਮੂਲਾ ਦੇ ਨਾਲ ਮਾਸਟਰ ਤਾਰਾ ਸਿੰਘ ਸ਼ੁਰੂਆਤ ਦੇ ਵਿੱਚ ਐਗਰੀ ਹੋ ਗਏ। ਉਹਨਾਂ ਦੀ ਬਿਲਕੁਲ ਸਹਿਮਤੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਬਣ ਗਈ ਸੀ। ਬਟ ਜਿਹੜੇ ਔਨ ਦ ਅਦਰ ਹੈਂਡ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਸੀ, ਉਹ ਪ੍ਰਤਾਪ ਸਿੰਘ ਕੈਰੋਂ ਦੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਸੀ। ਉਹ ਨਹੀਂ ਸੀ ਚਾਹੁੰਦੇ ਕਿ ਰੀਜਨਲ ਫਾਰਮੂਲਾ ਬਣੇ। ਲਾਲਾ ਜਗਤ ਨਾਰਾਇਣ ਕਿਸੇ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਬੜਾ ਇੱਕ ਅਲਾਈਅੰਸ ਹੁੰਦਾ ਸੀ, ਇੱਕ ਉਹ ਇਕੱਠਾ ਧੜਾ ਹੁੰਦੇ ਸੀ। ਬਟ ਪ੍ਰਤਾਪ ਸਿੰਘ ਕੈਰੋਂ ਦੇ ਸੀਐਮ ਬਣਦਾ ਇੱਕ ਉਹ ਧੜਾ ਅਲੱਗ ਹੋ ਜਾਂਦਾ। ਉਸ ਤੋਂ ਖੈਰ ਪਹਿਲਾਂ ਹੀ ਅਲੱਗ ਹੋ ਚੁੱਕਾ ਹੁੰਦਾ। ਸੋ ਲਾਲਾ ਜਗਤ ਨਾਰਾਇਣ ਆਰੀਆ ਸਮਾਜੀ ਹੁੰਦੇ ਨੇ, ਉਹ ਹਿੰਦੂ ਓਰੀਐਂਟਡ ਹੁੰਦੇ ਨੇ। ਉਹਨਾਂ ਨੇ ਹਿੰਦੀ ਭਾਸ਼ਾ ਦੇ ਲਈ ਉਹਨਾਂ ਦਾ ਬਹੁਤ ਪਿਆਰ ਹੁੰਦਾ। ਉਹਨਾਂ ਨੇ ਇੱਕ ਅੰਦੋਲਨ, ਸੇਵ ਹਿੰਦੀ ਅੰਦੋਲਨ ਵੀ ਉਹ ਨਾਲ ਦੀ ਨਾਲ ਸ਼ੁਰੂ ਕਰ ਦਿੰਦੇ ਨੇ, ਜਿਹਦੇ ਵਿੱਚ ਉਹ ਪ੍ਰਤਾਪ ਸਿੰਘ ਕੈਰੋਂ ਦੇ ਇਸ ਰੀਜਨਲ ਮਾਡਲ ਨੂੰ ਕੰਡੈਮ ਕਰਦੇ ਨੇ। ਇਹਦੇ ਪਿੱਛੇ ਹੋ ਸਕਦਾ ਹੈ ਕਿ ਇਹ ਜਿਹੜੇ ਕਾਂਗਰਸ ਦੇ ਲੀਡਰ ਜਿਹੜੇ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਹੋ ਗਏ ਸੀ, ਹੋ ਸਕਦਾ ਉਹਨਾਂ ਦਾ ਜੈਨੂਇਨ ਪਿਆਰ ਹੋਵੇ ਹਿੰਦੀ ਭਾਸ਼ਾ ਦੇ ਨਾਲ, ਜਾਂ ਜਿੰਨਾ ਕੁ ਦੇਖਣ ਨੂੰ ਮੈਨੂੰ ਲੱਗਦਾ, ਮੇਰਾ ਵਿਜ਼ਨ ਇਹ ਹੈ ਕਿ ਉਹਨਾਂ ਦੀ ਆਪਸੀ ਧੜੇਬੰਦੀ ਸੀ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ, ਜਿਹਦੇ ਕਰਕੇ ਉਹ ਇੱਕ ਇਸ ਅੰਦੋਲਨ ਨੂੰ, ਇੱਕ ਸੇਵ ਹਿੰਦੀ ਅੰਦੋਲਨ ਨੂੰ, ਹਿੰਦੀ ਸੁਰੱਖਿਆ ਸਮਿਤੀ ਨੂੰ ਬਹੁਤ ਵੱਡੇ ਲੈਵਲ ਤੇ ਲੈ ਜਾਂਦੇ ਨੇ। ਔਰ ਮਹਾ ਪੰਜਾਬ ਦੇ ਆਈਡੀਏ ਨੂੰ ਉਹ ਦੂਰ ਦੂਰ ਜਾ ਕੇ ਲਾਲਾ ਜਗਤ ਨਾਰਾਇਣ ਪ੍ਰਚਾਰ ਕਰਦੇ ਨੇ ਕਿ ਸਾਨੂੰ ਪੰਜਾਬ ਨੂੰ ਵੰਡਣਾ ਨਹੀਂ ਹੈ ਹਿੰਦੀ ਪੰਜਾਬੀ ਦੇ ਵਿੱਚ, ਉਹਨੂੰ ਇੱਕ ਮਹਾ ਪੰਜਾਬ ਬਣਾਉਣਾ ਜਿਹਦੇ ਵਿੱਚ ਹੋਰ ਵੀ ਇਲਾਕੇ ਹੋਣ। 1956 ਦੇ ਵਿੱਚ ਹੀ ਇੱਕ ਇਵੈਂਟ ਇਹ ਵੀ ਹੁੰਦੀ ਹੈ ਕਿ ਜਿਹੜਾ ਪੈਪਸੂ ਹੁੰਦਾ ਉਹਨੂੰ ਪੰਜਾਬ ਦੇ ਵਿੱਚ ਮਰਜ ਕਰ ਲੈਂਦੇ ਆ ਪ੍ਰਤਾਪ ਸਿੰਘ ਕੈਰੋਂ। ਪੈਪਸੂ ਜਿਹੜਾ ਹੁੰਦਾ ਉਹਨੂੰ ਸਰਦਾਰ ਪਟੇਲ ਸ਼ੁਰੂ ਤੋਂ ਕਹਿ ਰਹੇ ਹੁੰਦੇ ਨੇ ਕਿ ਇੱਕ ਸਿੱਖੀਸਤਾਨ ਹੈ, ਮਤਲਬ ਕਿ ਇਹ ਸਿੱਖਾਂ ਦੀ ਯੂਨੀਅਨ ਹੈ। ਜਿੰਨੇ ਵੀ ਇਹ ਪੰਜਾਬੀ ਸੂਬਾ ਜਾਂ ਜਿੰਨੀਆਂ ਵੀ ਗੱਲਾਂ ਬਾਤਾਂ ਨੇ ਸਾਰੀਆਂ ਪੈਪਸੂ ਦੇ ਵਿੱਚੋਂ ਨਿਕਲਦੀਆਂ ਨੇ। ਸੋ ਪੈਪਸੂ ਨੂੰ ਪੰਜਾਬ ਦੇ ਵਿੱਚ ਮਰਜ ਕਰ ਲਿਆ ਜਾਂਦਾ ਹੈ। ਨਾਲ ਹੀ ਪ੍ਰਤਾਪ ਸਿੰਘ ਕੈਰੋਂ ਦਾ ਵਿਊ ਪੁਆਇੰਟ ਹੁੰਦਾ ਕਿ ਅਗਰ ਪੰਜਾਬ ਨੂੰ ਰੀਆਰਗੇਨਾਈਜ਼ ਕਰਨਾ ਹੈ ਤਾਂ ਪੰਜਾਬ ਦੇ ਵਿੱਚ ਆਪਾਂ ਪੈਪਸੂ ਮਰਜ ਕਰ ਲੈਂਦੇ ਹਾਂ, ਨਾਲ ਹੀ ਕੁੱਲੂ ਦਾ ਕੁਝ ਏਰੀਆ ਹੀ ਮਰਜ ਕਰਾਂਗੇ, ਜਿਹਦੇ ਨਾਲ ਨਵਾਂ ਪੰਜਾਬ ਬਣੇਗਾ। ਸੋ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਹੁੰਦੀ ਹੈ, ਪ੍ਰਤਾਪ ਸਿੰਘ ਕੈਰੋਂ ਦੀ ਆਪਣੀ ਪਾਰਟੀ ਦੇ ਧੜੇ ਹੀ ਉਹਨਾਂ ਦੇ ਖਿਲਾਫ ਹਿੰਦੀ ਦੇ ਫੇਵਰ ਦੇ ਵਿੱਚ ਰੋਸ਼ ਮੁਜ਼ਾਹਰੇ ਸ਼ੁਰੂ ਕਰ ਦਿੰਦੇ ਨੇ। ਔਰ ਅਕਾਲੀ ਦਲ ਜਿਹੜਾ ਹੁੰਦਾ ਆ, ਜਿਨ੍ਹਾਂ ਨੇ ਸਾਰੀ ਮੂਵਮੈਂਟ ਨੂੰ ਸ਼ੁਰੂ ਕੀਤਾ ਹੁੰਦਾ, ਉਹ ਪ੍ਰਤਾਪ ਸਿੰਘ ਕੈਰੋਂ ਦੇ ਦੋਸਤ ਬਣ ਜਾਂਦੇ, ਉਹਨਾਂ ਦੇ ਨਾਲ ਸਰਕਾਰ ਦੇ ਵਿੱਚ ਹੁੰਦੇ ਨੇ। ਨਾਲ ਹੀ ਪ੍ਰਤਾਪ ਸਿੰਘ ਕੈਰੋਂ ਜਿਹੜੀ ਅਕਾਲੀ ਦਲ ਸੀ, ਉਹਨਾਂ ਦੇ ਕੰਮਕਾਜ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੁੰਦੇ ਆ, ਕਿਉਂਕਿ ਉਹ ਅਕਾਲੀ ਦਲ ਚੋਂ ਹੀ ਨਿਕਲੇ ਹੋਏ ਹੁੰਦੇ ਆ। ਸੋ ਅਕਾਲੀ ਦਲ ਨੂੰ ਚੋਟ ਪਹੁੰਚਾਉਣ ਦੇ ਲਈ, ਮਾਸਟਰ ਤਾਰਾ ਸਿੰਘ ਨੂੰ ਚੋਟ ਪਹੁੰਚਾਉਣ ਦੇ ਲਈ ਉਹ ਐਸਜੀਪੀਸੀ ਦੇ ਚੁਣਾਵਾਂ ਦੇ ਵਿੱਚ ਵੀ ਆਪਣਾ ਇੰਟਰਫੇਰੈਂਸ ਕਰਦੇ ਆ। ਉਹ ਆਪਣੀ ਵੀ ਇੱਕ ਅਲੱਗ ਬੋਰਡ ਬਣਾਉਂਦੇ ਆ। ਐਸਜੀਪੀਸੀ ਦੇ ਚੁਣਾਵ ਜਿਹੜੇ ਅੱਜ ਦੇ ਸਮੇਂ 'ਚ ਹੁੰਦੇ ਆ, ਉਹ ਹੋਰ ਢੰਗ ਦੇ ਨਾਲ ਹੁੰਦੇ ਆ। ਉਹਦੀ ਗੱਲਬਾਤ ਆਪਾਂ ਇੱਕ ਵੀਡੀਓ 'ਚ ਜ਼ਰੂਰ ਕਰਾਂਗੇ, ਕਿਉਂਕਿ ਉਹ ਬਣਦੀ ਆ, ਉਹ ਗੱਲਬਾਤ ਕਰਨੀ ਚਾਹੀਦੀ ਹੈ। ਬਟ ਇਸ ਸਮੇਂ ਤੱਕ ਜਿਹੜੇ ਐਸਜੀਪੀਸੀ ਦੇ ਚੁਣਾਵ ਸੀ, ਉਹ ਬਿਲਕੁਲ ਹੋਰ ਢੰਗਾਂ ਦੇ ਨਾਲ ਹੁੰਦੇ ਸੀ, ਜਿਹਦੇ ਵਿੱਚ ਕਾਂਗਰਸ ਦੇ ਦਲ ਜਿਹੜੇ ਕਾਂਗਰਸ ਦੇ ਪਿੱਠੂ ਦਲ ਸੀ, ਉਹ ਵੀ ਸ਼ਾਮਿਲ ਹੁੰਦੇ ਸੀ। ਉਹ ਵੀ ਆਪਣੀ ਮੈਨੀਪੂਲੇਸ਼ਨ ਕਰਦੇ ਸੀ। ਪ੍ਰਤਾਪ ਸਿੰਘ ਕੈਰੋਂ ਨੇ ਇਸ ਸਮੇਂ ਦੇ ਵਿੱਚ ਐਸਜੀਪੀਸੀ ਇਲੈਕਸ਼ਨਾਂ ਦੇ ਵਿੱਚ ਐਦਾਂ ਦਾ ਫੇਰ ਬਦਲ ਕੀਤਾ ਕਿ ਮਾਸਟਰ ਤਾਰਾ ਸਿੰਘ ਨੂੰ ਪਾਵਰਲੈਸ ਕਰ ਦਿੱਤਾ। ਮਾਸਟਰ ਤਾਰਾ ਸਿੰਘ ਦਾ ਐਸਜੀਪੀਸੀ 'ਚ ਬਹੁਤ ਸਟਰੋਂਗ ਪਕੜ ਸੀ। ਉਹਨਾਂ ਦੇ ਬੰਦੇ ਹੀ, ਉਹਨਾਂ ਦੀਆਂ ਸੀਟਾਂ ਹੀ ਜਿੱਤਦੇ ਸੀ, ਉਹਨਾਂ ਮੈਜੋਰਿਟੀ ਹੁੰਦੀ ਸੀ ਉਹਨਾਂ ਦੀ। ਬਟ ਪ੍ਰਤਾਪ ਸਿੰਘ ਕੈਰੋਂ ਇੱਥੇ ਪਾਵਰਲੈਸ ਕਰ ਦਿੰਦੇ ਆ ਅਕਾਲੀ ਦਲ ਦੀ ਉਸ ਲੀਡਰਸ਼ਿਪ ਨੂੰ, ਜਿਹੜੀ ਪੰਜਾਬੀ ਸੂਬਾ ਮੂਵਮੈਂਟ ਵੀ ਐਟ ਦਾ ਸੇਮ ਟਾਈਮ ਪ੍ਰੋਪਾਗੇਟ ਕਰ ਰਹੀ ਹੁੰਦੀ ਹੈ। ਔਰ ਉਹਨਾਂ ਨੂੰ ਨਾਲ ਹੀ ਐਸਜੀਪੀਸੀ ਦੇ ਵਿੱਚੋਂ ਕਾਂਗਰਸ ਦੀ ਇੰਟਰਫੇਰੈਂਸ ਕਰਕੇ ਇੱਕ ਦੇਸ਼ ਭਗਤ ਬੋਰਡ ਹੁੰਦਾ ਹੈ, ਜਿਹੜਾ ਕਮਿਊਨਿਸਟ ਬੈਕਡ ਹੁੰਦਾ, ਉਹ ਵੀ ਐਸਜੀਪੀਸੀ ਦੇ ਚੋਣ ਲੜਦਾ ਹੁੰਦਾ। ਨਾਲ ਹੀ ਉਹ ਐਦਾਂ ਦੇ ਧੜੇ ਆਪਣੇ ਵੀ ਖੜੇ ਕਰਦੇ ਨੇ ਔਰ ਹੋਰ ਧੜਿਆਂ ਤੋਂ ਬੰਦੇ ਖਰੀਦ ਕੇ
SGPC ਦੇ ਚੁਣਾਵਾਂ ਦੇ ਵਿੱਚ ਜਿਹੜੀ ਕਾਂਗਰਸ ਬੈਕਡ ਕਮੇਟੀ ਆ ਉਹਦਾ ਪ੍ਰਧਾਨ ਬਣਾ ਦਿੰਦੇ ਨੇ, ਉਹਨਾਂ ਦੀ ਮੈਜੋਰਿਟੀ ਹੁੰਦੀ ਆ, ਔਰ ਮਾਸਟਰ ਤਾਰਾ ਸਿੰਘ ਦੀ ਜਿਹੜੀ SGPC ਹੁੰਦੀ ਆ, ਅਕਾਲੀ ਦਲ ਹੁੰਦੀ ਆ, ਉਹ ਹਾਰ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਸ। ਸੋ ਇੱਕ ਬਹੁਤ ਵੱਡੀ ਮਾਰ ਮਾਸਟਰ ਤਾਰਾ ਸਿੰਘ ਨੂੰ ਇੱਥੇ ਪੈਂਦੀ ਹੈ। ਨਾਲ ਹੀ ਜਦੋਂ 1957 ਵਾਲੇ ਇਲੈਕਸ਼ਨਾਂ ਦੇ ਲਈ ਟਿਕਟਾਂ ਦੀ ਵੰਡ ਹੁੰਦੀ ਆ, ਉਸ ਪਿੱਛੇ ਵੀ ਮਾਸਟਰ ਤਾਰਾ ਸਿੰਘ ਦੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਇੰਨੀ ਸਹਿਮਤੀ ਨਹੀਂ ਬਣ ਪਾਉਂਦੀ। ਮਾਸਟਰ ਤਾਰਾ ਸਿੰਘ ਦੇ ਬੰਦਿਆਂ ਨੂੰ ਬਹੁਤ ਘੱਟ ਟਿਕਟਾਂ ਅਲਾਟ ਕੀਤੀਆਂ ਜਾਂਦੀਆਂ ਅਕਾਲੀ ਦਲ ਨੂੰ, ਔਰ ਨਾਲ ਹੀ ਅਕਾਲੀ ਦਲ ਦੇ ਕੁਝ ਏਦਾਂ ਦੇ ਜਿਹੜੇ ਲੀਡਰ ਹੁੰਦੇ ਆ, ਜਿਹੜੇ ਪੰਜਾਬੀ ਸੂਬਾ ਮੂਵਮੈਂਟ ਦੇ ਆਗੂ ਹੁੰਦੇ ਆ, ਬਟ ਜਦੋਂ ਉਹਨਾਂ ਨੂੰ ਰੀਜਨਲ ਫਾਰਮੂਲੇ ਨਾਲ ਸਹਿਮਤੀ ਹੋ ਜਾਂਦੀ ਆ, ਉਹ ਕਾਂਗਰਸ ਜੁਆਇਨ ਕਰ ਲੈਂਦੇ। ਕਾਂਗਰਸ ਜੁਆਇਨ ਇਸ ਢੰਗ ਨਾਲ ਕਰਦੇ ਨੇ, ਪ੍ਰਤਾਪ ਸਿੰਘ ਕੈਰੋਂ ਕਹਿੰਦੇ ਆ ਵੀ ਅਗਰ ਤੁਸੀਂ ਕਾਂਗਰਸ ਜੁਆਇਨ ਕਰਨੀ ਹੈ ਤਾਂ ਅਕਾਲੀ ਦਲ ਦਾ ਬੈਜ ਨਹੀਂ, ਕਾਂਗਰਸ ਦੇ ਬੈਜ ਹੇਠ ਆ ਕੇ ਹੀ ਤੁਸੀਂ ਕਾਂਗਰਸ ਜੁਆਇਨ ਕਰ ਸਕਦੇ ਹੋ। ਸੋ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਸੂਬਾ ਮੂਵਮੈਂਟ ਤਾਂ ਖਤਮ ਹੋ ਗਈ, ਸੋ ਇਸ ਕਰਕੇ ਕਾਂਗਰਸ ਦਾ ਬੈਜ ਲੈ ਲੈਣਾ ਚਾਹੀਦਾ, ਉਹਨਾਂ ਦੇ ਬੈਨਰ ਥੱਲੇ ਆ ਕੇ ਹੀ ਉਹਨਾਂ ਦੀ ਪਾਰਟੀ ਦੇ ਹੀ ਉਹ ਮੈਂਬਰ ਹੋ ਜਾਂਦੇ ਨੇ, ਅਕਾਲੀ ਦਲ ਨੂੰ ਛੱਡ ਦਿੰਦੇ ਨੇ। ਮਾਸਟਰ ਤਾਰਾ ਸਿੰਘ SGPC ਦੀ ਹਾਰ ਤੋਂ ਬਾਅਦ ਬਹੁਤ ਨਾਰਾਜ਼ ਹੁੰਦੇ ਨੇ। ਉਹ ਇਲਜ਼ਾਮ ਲਗਾਉਂਦੇ ਨੇ ਕਿ ਇਹਨਾਂ ਨੇ ਬੰਦੇ ਖਰੀਦੇ ਨੇ, ਕੈਂਡੀਡੇਟ ਖਰੀਦੇ ਨੇ ਪੈਸੇ ਦੇ ਕੇ, ਪ੍ਰਤਾਪ ਸਿੰਘ ਕੈਰੋਂ ਨੇ, ਹੋਰ ਆਪਣੀ ਇਨਫਲੂਐਂਸ ਵਰਤ ਕੇ ਲੋਕਾਂ ਨੂੰ SGPC ਦੇ ਵਿੱਚ ਐਡੀ ਵੱਡੀ ਪੋਲੀਟੀਕਲ ਗੇਮ ਖੇਡੀ ਹੈ। ਸੋ ਪੰਡਿਤ ਨਹਿਰੂ ਦੇ ਨਾਲ ਮਾਸਟਰ ਤਾਰਾ ਸਿੰਘ ਦਾ ਇੱਕ ਪੈਕਟ ਹੁੰਦਾ ਹੈ, ਜਿਸ ਪੈਕਟ ਤੋਂ ਬਾਅਦ ਇਹ ਡਿਸਾਈਡ ਹੁੰਦਾ ਹੈ ਕਿ SGPC ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜਾਂ ਕੋਈ ਵੀ ਪੋਲੀਟੀਕਲ ਪਾਰਟੀ ਇੰਟਰਫੇਰੈਂਸ ਨਹੀਂ ਕਰੇਗੀ। ਨਾਲ ਹੀ ਪ੍ਰਤਾਪ ਸਿੰਘ ਕੈਰੋਂ ਪ੍ਰੈਸ ਦੇ ਉੱਤੇ ਵੀ ਬਹੁਤ ਸੈਂਸਰਸ਼ਿਪ ਲਾ ਦਿੰਦੇ ਨੇ, ਅਖਬਾਰਾਂ ਦੇ ਉੱਤੇ ਬੈਨ ਲਗਾ ਦਿੱਤਾ ਜਾਂਦਾ। ਕਈ ਅਖਬਾਰਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਮਾਸਟਰ ਤਾਰਾ ਸਿੰਘ ਵੀ ਛਾਪਦੇ ਹੁੰਦੇ, ਉਹਨਾਂ ਦਾ ਬੇਟਾ ਇੱਕ ਅਖਬਾਰ ਦਾ ਸੰਪਾਦਕ ਹੁੰਦਾ, ਹੋਰ ਵੀ ਬਹੁਤ ਅਖਬਾਰਾਂ ਜਿਹੜੀਆਂ ਅਕਾਲੀ ਬੈਕਡ ਹੁੰਦੀਆਂ ਨੇ ਜਾਂ ਹਿੰਦੀ ਜ਼ੋਨ ਦੀਆਂ ਬੈਕਡ ਅਖਬਾਰਾਂ ਹੁੰਦੀਆਂ, ਉਹਨਾਂ ਤੇ ਸੈਂਸਰਸ਼ਿਪ ਲਾ ਦਿੰਦੇ ਨੇ ਕਿ ਕੋਈ ਵੀ ਇਦਾਂ ਦੀ ਖਬਰ ਉਹ ਪਬਲਿਸ਼ ਨਹੀਂ ਕਰ ਪਾਉਣਗੇ ਜਿਹਦੇ ਵਿੱਚ ਦੋ ਧੜਿਆਂ ਦੇ ਵਿੱਚ, ਹਿੰਦੀ ਸਪੀਕਿੰਗ ਐਂਡ ਪੰਜਾਬੀ ਸਪੀਕਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਐਜੀਟੇਸ਼ਨ ਦਾ ਜਨਮ ਦੁਬਾਰਾ ਤੋਂ ਹੋਵੇ। ਸੋ ਪ੍ਰਤਾਪ ਸਿੰਘ ਕੈਰੋਂ 1957-58 ਤੱਕ ਵੀ ਇਸ ਮੂਵਮੈਂਟ ਨੂੰ ਬਹੁਤ ਸਹੀ ਢੰਗ ਦੇ ਨਾਲ ਦੱਬ ਕੇ ਰੱਖਦੇ ਨੇ, ਬਹੁਤ ਪੋਲੀਟੀਕਲ ਸਟ੍ਰੈਟੇਜੀਜ਼ ਯੂਜ਼ ਕਰਕੇ। ਸੋ ਇਸ ਸਮੇਂ ਦੇ ਦੌਰਾਨ ਜਦੋਂ ਪੰਜਾਬੀ ਸੂਬਾ ਮੂਵਮੈਂਟ ਦੇ ਅਕਾਲੀ ਲੀਡਰ ਸੀ, ਉਹ ਤਾਂ ਥਰਮੇ ਨਾਲ ਬੈਠ ਚੁੱਕੇ ਸੀ, ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਸਿੱਖ ਜ਼ੋਨ ਵੀ ਕਾਫੀ ਹੈ ਜਿਹਦੇ ਵਿੱਚ ਪੰਜਾਬੀ ਭਾਸ਼ਾ ਲੀਗਲੀ ਤੌਰ ਤੇ ਸਰਕਾਰ ਵੱਲੋਂ ਉਹਨੂੰ ਦਿੱਤੀ ਜਾਏਗੀ ਮਾਨਤਾ। ਲੇਕਿਨ ਜਿਹੜੀ ਹਿੰਦੀ ਸਪੀਕਿੰਗ ਜਿਹੜੇ ਹੁੰਦੇ ਆ, ਆਰਿਆ ਸਮਾਜੀ ਜਨ ਸੰਘ ਐਂਡ ਹਿੰਦੂ ਮਹਾਸਭਾ ਵਾਲੇ, ਉਹ ਇੱਕ ਆਪਣੀ ਹਿੰਦੀ ਸਮਿਤੀ ਬਣਾਉਂਦੇ ਔਰ ਸੇਵ ਹਿੰਦੀ ਅੰਦੋਲਨ ਸ਼ੁਰੂ ਕਰਦੇ ਆ। ਉਸ ਅੰਦੋਲਨ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ, 1956 ਜਾਂ 57 ਦੀ ਗੱਲ ਹੈ ਸ਼ਾਇਦ, ਉਹਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ ਔਰ ਉਸ ਇਕੱਠ ਦੇ ਵਿੱਚ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਨਾਲ ਹੀ ਜਿਹੜਾ ਪੁਲਿਸ ਦਾ ਇੱਕ ਕਾਂਸਟੇਬਲ ਹੁੰਦਾ, ਉਹ ਜਿਹੜੀ ਭੜਕੀ ਹੋਈ ਭੀੜ ਹੁੰਦੀ ਹੈ, ਉਹ ਉਸ ਕਾਂਸਟੇਬਲ ਨੂੰ ਮਾਰ ਦਿੰਦੇ ਆ, ਇਦਾਂ ਦੇ ਐਲੀਗੇਸ਼ਨ ਉਹਨਾਂ ਤੇ ਲੱਗਦੇ ਆ। ਸੋ ਜਿਹਦੇ ਤੋਂ ਬਾਅਦ ਪੁਲਿਸ ਬੌਖਲਾਹਟ ਦੇ ਵਿੱਚ ਆ ਕੇ ਇੱਕ ਬਹੁਤ ਬਰੂਟਲ ਲਾਠੀ ਚਾਰਜ ਉਹਨਾਂ ਤੇ ਕਰਦੀ ਹੈ। ਸੋ ਜਿਹੜਾ ਇਹ ਲਾਠੀ ਚਾਰਜ ਲਾਲਾ ਜਗਤ ਨਾਰਾਇਣ ਇਹਦੇ ਵਿੱਚ ਸ਼ਾਮਿਲ ਹੁੰਦੇ ਆ, ਉਹਨਾਂ ਦੀ ਇਹ ਹੋਰ ਵੀ ਕਾਂਗਰਸ ਦੇ ਬਹੁਤ ਲੀਡਰ ਹੁੰਦੇ ਆ ਜਿਹੜੇ ਆਰਿਆ ਸਮਾਜੀ ਹੁੰਦੇ ਆ, ਉਹਨਾਂ ਤੇ ਇਹ ਜਿਹੜਾ ਇਹਨਾਂ ਬਰੂਟਲ ਲਾਠੀ ਚਾਰਜ ਹੁੰਦਾ। ਉਸ ਤੋਂ ਬਾਅਦ ਇਹ ਸੇਵ ਹਿੰਦੀ ਜਿਹੜੀ ਅੰਦੋਲਨ ਹੈ ਬਹੁਤ ਮੂਵਮੈਂਟ ਪਕੜਦਾ ਹੈ। ਇਹ ਮੂਵਮੈਂਟ ਪਕੜਦਾ ਨਾਲ ਹੀ ਜਿਹੜੇ ਕਾਫੀ ਤਰ੍ਹਾਂ ਦੇ ਇਲਜ਼ਾਮ ਪ੍ਰਤਾਪ ਸਿੰਘ ਕੈਰੋਂ ਦੇ ਉੱਤੇ ਲੱਗਦੇ ਆ ਕਿ ਇਹਨਾਂ ਨੇ ਇਹ ਗਲਤ ਕੀਤਾ ਹੈ, ਸਾਡੇ ਨਾਲ ਭੇਦਭਾਵ ਕੀਤਾ, ਹਿੰਦੀ ਸਪੀਕਿੰਗ ਜਿਹੜੇ ਲੀਡਰਸ ਆ ਉਹਨਾਂ ਨਾਲ ਭੇਦਭਾਵ ਕੀਤਾ। ਕਿਉਂਕਿ ਮੈਂ ਦੱਸ ਰਹੀ ਹਾਂ, ਫਿਰ ਇੱਥੇ ਇਸ ਗੱਲ ਨੂੰ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਾਂਗਰਸ ਦੇ ਅੰਦਰ ਬਹੁਤ ਧੜੇ ਸੀ। ਸੋ ਇਹ ਜਿਹੜੀ ਹੁਣ ਲੜਾਈ ਚੱਲ ਰਹੀ ਹੈ, ਇਹ ਕਾਂਗਰਸ ਦੇ ਆਪਸੀ ਧੜਿਆਂ ਦੀ ਲੜਾਈ ਹੈ, ਜਿਹੜੀ ਹਿੰਦੀ ਨੂੰ ਪ੍ਰਮੋਟ ਕਰਨ ਵਾਲੇ ਵਰਸਸ ਇੱਕ ਸਿੱਖ ਚਿਹਰੇ ਦੇ ਖਿਲਾਫ, ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ। ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਪ੍ਰਤਾਪ ਸਿੰਘ ਕੈਰੋਂ ਫੇਵਰਿਜ਼ਮ ਕਰ ਰਿਹਾ ਹੈ ਅਕਾਲੀ ਲੀਡਰਸ ਦੇ ਨਾਲ। ਸੋ ਇੱਕ ਸੈਂਟਰ ਦੇ ਹਾਈ ਕਮਾਂਡ, ਉਹਨਾਂ ਦੀ ਜਿਹੜੀ ਕਾਂਗਰਸ ਹੁੰਦੀ ਆ, ਉਹ ਇੱਕ ਕਮੇਟੀ ਵੀ ਬਿਠਾਉਂਦੀ ਹੈ। ਉਸ ਕਮੇਟੀ ਦੇ ਵਿੱਚ ਬਾਅਦ ਵਿੱਚ ਨਿਕਲ ਕੇ ਆਉਂਦਾ ਹੈ ਕਿ ਇਹਦੇ ਵਿੱਚ ਪੁਲਿਸ ਦਾ ਜਾਂ ਪ੍ਰਤਾਪ ਸਿੰਘ ਕੈਰੋਂ ਦਾ ਕੋਈ ਦੋਸ਼ ਨਹੀਂ ਸੀ, ਰਾਦਰ ਜਿਹੜੇ ਉਹਨਾਂ ਦੇ ਆਪਣੇ ਹੀ ਲੀਡਰ ਹੈ ਉਹੀ ਇੱਕ ਕਮਿਊਨਲ ਰੰਗ ਫੜ ਚੁੱਕੇ ਨੇ, ਉਹ ਕਮਿਊਨਲ ਪੋਲਿਟਿਕਸ ਖੇਡ ਰਹੇ ਆ। ਜਿਹੜੇ ਭਾਸ਼ਾ ਨੂੰ ਬਚਾਉਣ ਵਾਲੇ ਠੇਕੇਦਾਰ ਆਪਣੇ ਆਪ ਨੂੰ ਸਮਝ ਰਹੇ ਆ, ਉਹਦੇ ਨਾਲ ਇੱਕ ਕਮਿਊਨਲਿਜ਼ਮ ਦਾ ਮਾਹੌਲ ਇਹਨਾਂ ਨੇ ਪੈਦਾ ਕੀਤਾ, ਜਿਹਦੇ ਨਾਲ ਲਾਲਾ ਜਗਤ ਨਾਰਾਇਣ ਨੂੰ ਜਾਂ ਹੋਰ ਕਈ ਲੀਡਰਾਂ ਨੂੰ ਪਾਰਟੀ ਚੋਂ ਸਸਪੈਂਡ ਵੀ ਕਰ ਦਿੱਤਾ ਜਾਂਦਾ ਔਰ ਬਾਅਦ ਵਿੱਚ ਲਾਲਾ ਜਗਤ ਨਾਰਾਇਣ ਆਪਣੀ ਇੱਕ ਅਲੱਗ ਪਾਰਟੀ ਬਣਾਉਂਦੇ ਆ। ਨਾਲ ਹੀ ਪ੍ਰਤਾਪ ਸਿੰਘ ਕੈਰੋਂ ਨੇ ਜਿਹੜਾ ਉਹ ਸਿੱਖ ਐਲੀਮੈਂਟ ਸੀਗਾ, ਜਿਹੜੇ ਸਿੱਖ ਵਰਸਸ ਸਿੱਖ ਲੜਾਈ ਹੋ ਗਈ ਸੀ, ਇੱਕ ਸਿੱਖ CM ਵਰਸਸ ਅਕਾਲੀ ਸਿੱਖਸ। ਸੋ ਇੱਥੇ ਇੱਕ ਸਿੱਖਾਂ ਦੇ ਵਿੱਚ ਵੀ ਇੱਕ ਪਾੜਾ ਪੈ ਜਾਂਦਾ, ਕਿਉਂਕਿ ਜਿਹੜੀ ਅਕਾਲੀ ਦਲ ਨੇ ਕਾਂਗਰਸ ਦੇ ਨਾਲ ਅਲਾਈਅੰਸ ਕਰ ਲਿਆ ਹੁੰਦਾ 57 ਦੀਆਂ ਇਲੈਕਸ਼ਨਸ ਦੇ ਵਿੱਚ, ਉਸ ਟਾਈਮ
ਜਿਹੜੇ ਸਿੱਖ ਆ ਉਹ ਵੀ ਦੋ ਵੰਡ ਹੋ ਜਾਂਦੇ ਨੇ। ਇੱਕ ਬਣ ਜਾਂਦੇ ਨੇ ਕਾਂਗਰਸੀ ਸਿੱਖ ਜਿਹੜੇ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ, ਇੱਕ ਹੋ ਜਾਂਦੇ ਨੇ ਨਾਨ ਕਾਂਗਰਸੀ ਸਿੱਖ ਜਿਹੜੇ ਮਾਸਟਰ ਤਾਰਾ ਸਿੰਘ ਦੇ ਨਾਲ ਰਹਿੰਦੇ ਆ। 1960 ਦੀਆਂ ਐਸਜੀਪੀਸੀ ਦੀਆਂ ਚੋਣਾਂ ਮਾਸਟਰ ਤਾਰਾ ਸਿੰਘ ਜਿੱਤ ਜਾਂਦੇ ਆ। 140 ਚੋਂ 136 ਸੀਟਾਂ ਐਸਜੀਪੀਸੀ ਦੀਆਂ ਮਾਸਟਰ ਤਾਰਾ ਸਿੰਘ ਜਿੱਤ ਜਾਂਦੇ ਆ। ਜਿਹੜੇ ਉਹਨਾਂ ਨੇ ਇਹ ਇਲੈਕਸ਼ਨ ਲੜੇ ਹੁੰਦੇ ਆ ਉਹ ਪੰਜਾਬੀ ਸੂਬਾ ਮੂਵਮੈਂਟ ਦਾ ਨਾਰਾ ਲਗਾ ਕੇ ਹੀ ਲੜੇ ਹੁੰਦੇ ਆ। ਸੋ ਇਸ ਤੋਂ ਇੱਕ ਵਾਰੀ ਫਿਰ ਇਹ ਦਿਖਣ ਲੱਗ ਜਾਂਦਾ ਹੈ ਕਿ ਪੰਜਾਬ ਦੇ ਬਹੁਤ ਸਾਰੀ ਕਨਸਟੀਚੁਐਂਸੀਜ਼ ਦੇ ਲੋਕ ਹਜੇ ਵੀ ਪੰਜਾਬੀ ਸੂਬਾ ਮੂਵਮੈਂਟ ਦੇ ਹੱਕ ਦੇ ਵਿੱਚ ਆ। ਸੋ ਪੰਜਾਬੀ ਸੂਬਾ ਮੂਵਮੈਂਟ ਇੱਥੋਂ ਦੁਬਾਰਾ ਤੋਂ ਫਿਰ ਖੜੀ ਹੋ ਜਾਂਦੀ ਹੈ। ਮਾਸਟਰ ਤਾਰਾ ਸਿੰਘ ਦੁਬਾਰਾ ਪਾਵਰ ਚ ਆ ਜਾਂਦੇ ਐਸਜੀਪੀਸੀ ਦੀ ਔਰ ਦੁਬਾਰਾ ਤੋਂ ਫਿਰ ਇਸ ਪੰਜਾਬੀ ਸੂਬਾ ਮੂਵਮੈਂਟ ਜ਼ੋਰ ਪਕੜਦੀ ਹੈ। ਉਸ ਟਾਈਮ ਕਾਂਗਰਸ ਦੀ ਆਪਸੀ ਧੜੇਬਾਜ਼ੀ, ਆਪਸੀ ਜਿਹੜੇ ਉਹਨਾਂ ਦੇ ਗੁੱਟ ਹੁੰਦੇ ਆ ਉਹ ਪ੍ਰਤਾਪ ਸਿੰਘ ਕੈਰੋਂ ਨੂੰ ਟਾਰਗੇਟ ਕਰ ਰਹੇ ਹੁੰਦੇ ਆ। ਪ੍ਰਤਾਪ ਸਿੰਘ ਕੈਰੋਂ ਆਪਣੇ 10 ਪੁਆਇੰਟ ਏਜੰਡਾ ਉਹਨਾਂ ਨੇ ਪੰਜਾਬ ਲਈ ਮੰਨਿਆ ਹੁੰਦਾ, ਉਹਦੇ ਤੇ ਕੰਮ ਕਰ ਰਹੇ ਹੁੰਦੇ ਆ, ਜਿਹਦੇ ਵਿੱਚ ਇੱਕ ਏਜੰਡਾ ਇਹ ਵੀ ਹੁੰਦਾ ਹੈ ਕਿ ਪੰਜਾਬ ਨੂੰ ਪੰਜਾਬੀ ਯੂਨੀਵਰਸਿਟੀ ਦੇਵਾਂਗੇ, ਭਾਸ਼ਾ ਦੇ ਆਧਾਰਿਤ ਬਣਾਈ ਹੋਈ ਇੱਕ ਯੂਨੀਵਰਸਿਟੀ ਦੇਵਾਂਗੇ ਜਿਹਦੇ ਵਿੱਚ ਸਿਰਫ ਪੰਜਾਬੀ ਭਾਸ਼ਾ ਦੀ ਡਿਵੈਲਪਮੈਂਟ ਤੇ ਹੀ ਕੰਮ ਕੀਤਾ ਜਾਊਗਾ। ਸੋ ਨਾਲ ਹੀ ਜਦੋਂ ਇਹ ਮੂਵਮੈਂਟ ਦੁਬਾਰਾ ਸ਼ੁਰੂ ਹੋਣ ਲੱਗਦੀ ਹੈ 1960 ਦੇ ਵਿੱਚ, ਪ੍ਰਤਾਪ ਸਿੰਘ ਕੈਰੋਂ ਉਸ ਯੂਨੀਵਰਸਿਟੀ ਦਾ ਕੰਮ ਤੇਜ਼ ਕਰ ਦਿੰਦੇ ਆ ਵੀ ਇਹਨੂੰ ਜਲਦੀ ਬਣਾਇਆ ਜਾਵੇ ਤਾਂ ਕਿ ਇਸ ਚੀਜ਼ ਨੂੰ ਆਪਾਂ ਪੰਜਾਬੀ ਸੂਬਾ ਮੂਵਮੈਂਟ ਨੂੰ ਠੱਲ ਪਾਈਏ। ਕਿਉਂਕਿ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੀ ਵੰਡ ਦੇ ਵਿੱਚ ਨਹੀਂ ਹੁੰਦੇ, ਉਹ ਚਾਹੁੰਦੇ ਹੁੰਦੇ ਆ ਕਿ ਪੰਜਾਬ ਨੂੰ ਵੰਡਿਆ ਨਾ ਜਾਵੇ ਪੰਜਾਬ ਔਰ ਹਰਿਆਣਾ ਦੇ ਵਿੱਚ। ਨਾਲ ਹੀ ਚੌਧਰੀ ਦੇਵੀ ਲਾਲ ਵੀ ਇਸ ਗੱਲ ਦੀ ਡਿਮਾਂਡ ਨੂੰ ਤੇਜ਼ ਕਰ ਦਿੰਦੇ ਨੇ ਕਿ ਉਹ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਕਹਿੰਦੇ ਨੇ ਕਿ ਮੈਨੂੰ ਹਰਿਆਣਾ ਸੂਬਾ ਚਾਹੀਦਾ। ਉਹ ਹਰਿਆਣਵੀ ਉਹਦੇ ਵਿੱਚ ਆ ਕੇ ਗੱਲ ਕਰਦੇ ਨੇ ਅਸੈਂਬਲੀ ਦੇ ਵਿੱਚ ਔਰ ਉਹਨਾਂ ਨੂੰ ਪੁੱਛਦੇ ਨੇ ਸਾਰੇ ਵੀ ਤੁਸੀਂ ਕੀ ਗੱਲ ਕਰ ਰਹੇ ਹੋ, ਸਮਝ ਨਹੀਂ ਆ ਰਹੀ ਕਿ ਕਿਉਂ ਇਦਾਂ ਬੋਲ ਰਹੇ। ਤਾਂ ਫਿਰ ਉੱਥੇ ਦੱਸਦੇ ਨੇ ਕਿ ਦੇਖੋ ਇਹਦਾ ਮਤਲਬ ਇਹ ਹੋਇਆ ਕਿ ਪੰਜਾਬੀਆਂ ਤੇ ਹਰਿਆਣਵੀਆਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਆ, ਆਪਣਾ ਲੈਂਗੁਏਜ ਕਾਮਨ ਨਹੀਂ, ਆਪਣਾ ਕਲਚਰ ਕਾਮਨ ਨਹੀਂ ਆ। ਸੋ ਸਾਨੂੰ ਹਰਿਆਣਾ ਅਲੱਗ ਵੰਡ ਕੇ ਦੇ ਦਿੱਤਾ ਜਾਵੇ। ਮਈ 1960 ਚ ਹੀ ਮਾਸਟਰ ਤਾਰਾ ਸਿੰਘ ਅੰਮ੍ਰਿਤਸਰ ਦੇ ਵਿੱਚ ਇੱਕ ਕਨਵੈਨਸ਼ਨ ਕਰਦੇ ਆ। ਉਸ ਕਨਵੈਨਸ਼ਨ ਦੇ ਵਿੱਚ ਉਹ ਇੱਕ ਸੈਕੂਲਰ ਟਾਈਪ ਦੀ ਇਮੇਜ ਦੇ ਨਾਲ ਗੱਲ ਕਰਦੇ ਆ। ਉਹਦੇ ਵਿੱਚ ਉਹ ਗੈਰ ਸਿੱਖ ਜਿਹੜੇ ਹੁੰਦੇ ਉਹਨਾਂ ਨੂੰ ਵੀ ਸੱਦਦੇ ਨੇ। ਇਸ ਅੰਮ੍ਰਿਤਸਰ ਕਨਵੈਨਸ਼ਨ ਦੇ ਵਿੱਚ ਸੈਫੂਦੀਨ ਕਿਚਲੂ ਵਰਗੇ ਹੋਰ ਬਹੁਤ ਨਾਮੀ ਹਸਤੀਆਂ ਜਿਹੜੀਆਂ ਆ ਗੈਰ ਸਿੱਖ ਨਾਨ ਸਿੱਖ ਜਿਹੜੇ ਇੰਡੀਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੇ ਪਹੁੰਚੇ ਹੋਏ ਲੋਕ ਹੁੰਦੇ ਆ ਉਹਨਾਂ ਨੂੰ, ਇੰਟੈਲੈਕਚੁਅਲਸ ਨੂੰ, ਹੋਰ ਜਿਹੜੇ ਸਕਾਲਰਸ ਹੁੰਦੇ ਆ ਉਹਨਾਂ ਨੂੰ ਵੀ ਇਸ ਕਨਵੈਨਸ਼ਨ ਸੱਦ ਕੇ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਆ ਇੱਕ ਤਰ੍ਹਾਂ ਦੁਬਾਰਾ ਖੜੀ ਕਰਨ ਦੀ ਕੋਸ਼ਿਸ਼ ਮਾਸਟਰ ਤਾਰਾ ਸਿੰਘ ਜੀ ਦੀ ਕਾਫੀ ਸਫਲ ਹੁੰਦੀ ਦਿਖਦੀ ਹੈ ਇਸ ਸਮੇਂ ਤੇ। ਮਈ ਦੇ ਵਿੱਚ ਇੱਕ ਕਨਵੈਨਸ਼ਨ ਹੁੰਦੀ ਆ। ਜੂਨ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਆਪਣੇ ਨਾਲ ਜੱਥਾ ਬਣਾ ਕੇ ਦਿੱਲੀ ਨੂੰ ਕੂਚ ਕਰਨ ਦੀ ਪਲਾਨਿੰਗ ਕਰਦੇ ਆ ਕਿ ਮੈਂ ਦਿੱਲੀ ਜਾ ਕੇ ਇਸ ਚੀਜ਼ ਦੀ ਡਿਮਾਂਡ ਕਰਾਂਗਾ। ਕਿਉਂਕਿ ਇਸ ਸਮੇਂ ਤੱਕ ਉਹ ਸਮਝ ਚੁੱਕੇ ਹੁੰਦੇ ਪ੍ਰਤਾਪ ਸਿੰਘ ਕੈਰੋਂ ਇੱਕ ਬਹੁਤ ਸਟਬਰਨ ਐਟੀਟਿਊਡ ਹੈ ਉਹਨਾਂ ਦਾ, ਬਹੁਤ ਜਿੱਦ ਤੇ ਅੜੇ ਹੋਏ ਆ ਵੀ ਇਹ ਕੰਮ ਨਹੀਂ ਹੋ ਸਕਦਾ। ਨਾਲ ਹੀ ਪ੍ਰਤਾਪ ਸਿੰਘ ਕੈਰੋਂ ਦੇ ਰੀਜਨਲ ਫਾਰਮੂਲੇ ਦੇ ਨਾਲ ਇਹ ਸਹਿਮਤ ਹੋ ਚੁੱਕੇ ਹੁੰਦੇ ਮਾਸਟਰ ਤਾਰਾ ਸਿੰਘ। ਸੋ ਜਿਹੜਾ ਉਹ ਫੋਕਸ ਆ ਉਹ ਦਿੱਲੀ 'ਚ ਰੱਖਦੇ ਆ ਪ੍ਰੋਟੈਸਟ ਕਰਨ ਦਾ ਕਿ ਪੰਡਿਤ ਨਹਿਰੂ ਤੇ ਹੀ ਦਬਾਅ ਪਾਵਾਂਗੇ। ਪ੍ਰਧਾਨ ਮੰਤਰੀ ਹੁੰਦੇ ਆ ਪੰਡਿਤ ਨਹਿਰੂ ਕਿ ਸਾਨੂੰ ਪੰਜਾਬੀ ਸੂਬਾ ਦਿਓ ਕਿਉਂਕਿ ਤੁਸੀਂ ਵਾਅਦਾ ਕੀਤਾ ਸੀ ਵੰਡ ਦੇ ਵੇਲੇ ਕਿ ਪੰਜਾਬੀ ਸੂਬਾ ਮਿਲੇਗਾ। ਇਸ ਤੋਂ ਪਹਿਲਾਂ ਕਿ ਮਾਸਟਰ ਤਾਰਾ ਸਿੰਘ ਦਿੱਲੀ ਨੂੰ ਕੂਚ ਕਰਦੇ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਂਦਾ, ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਪੁਲਿਸ ਵੱਲੋਂ ਪਾ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਜਗ੍ਹਾ ਤੇ ਪ੍ਰਿੰਸੀਪਲ ਇਕਬਾਲ ਸਿੰਘ ਜਾਂ ਹੋਰ ਬਹੁਤ ਲੋਕ ਜਿਹੜੇ ਆ ਉਹ ਜੱਥਾ ਲੈ ਕੇ ਆਪਣਾ ਦਿੱਲੀ ਜਾਂਦੇ ਆ। ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਹੁੰਦੀਆਂ ਆ। ਲਗਭਗ 50,000 ਤੋਂ ਉੱਪਰ ਅਕਾਲੀ ਦਲ ਦੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਅਕਾਲੀ ਦਲ ਦਾ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਸੀ ਟੋਟਲੀ ਨਾਨ ਵਾਇਲੈਂਟ ਸੀ। ਇਹਦੇ ਵਿੱਚ ਜਿਹੜਾ ਇਹਨਾਂ ਦਾ ਢੰਗ ਸੀ ਇਹਦੇ ਵਿੱਚ ਅਹਿੰਸਾ ਦਾ ਯੂਜ਼ ਨਹੀਂ ਸੀ ਕਰਦੇ, ਫੋਰਸ ਵਾਇਲੈਂਸ ਇਹਦੀ ਵਰਤੋਂ ਨਹੀਂ ਸੀ ਹੁੰਦੀ। ਸੋ ਇੱਕ ਪੁਲਿਸ ਤੇ ਵੀ ਪ੍ਰੈਸ਼ਰ ਕ੍ਰੀਏਟ ਹੋਇਆ ਜਦੋਂ ਜੇਲ੍ਹਾਂ ਭਰ ਦਿੱਤੀਆਂ ਸੀ ਅਕਾਲੀ ਦਲ ਨੇ ਇਸ 1960 ਦੇ ਦੌਰ ਦੇ ਵਿੱਚ ਗ੍ਰਿਫਤਾਰੀਆਂ ਦੇ ਕੇ। 1960 ਦੀ ਜਿਹੜੀ ਅੰਮ੍ਰਿਤਸਰ ਕਨਵੈਨਸ਼ਨ ਕੀਤੀ ਹੁੰਦੀ ਹੈ ਮਾਸਟਰ ਤਾਰਾ ਸਿੰਘ ਨੇ, ਉਹਦੇ ਵਿੱਚ ਉਹਨਾਂ ਨੇ ਨਾਓ ਔਰ ਨੈਵਰ ਦਾ ਨਾਰਾ ਦਿੱਤਾ ਹੁੰਦਾ ਕਿ ਅਗਰ ਆਪਾਂ ਨੂੰ ਪੰਜਾਬੀ ਸੂਬਾ ਚਾਹੀਦਾ ਆਪਾਂ ਨੂੰ ਅੱਜ ਹੀ ਮਿਲ ਸਕਦਾ, ਉਸ ਤੋਂ ਬਾਅਦ ਕਦੀ ਵੀ ਨਹੀਂ ਮਿਲੇਗਾ। ਸੋ ਮਾਸਟਰ ਤਾਰਾ ਸਿੰਘ ਤਾਂ ਪ੍ਰੀਵੈਂਟਿਵ ਡਿਟੈਂਸ਼ਨ 'ਚ ਹੁੰਦੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੁੰਦਾ। ਸੰਤ ਫਤਿਹ ਸਿੰਘ ਉਹਨਾਂ ਦੇ ਹੀ ਫਾਲੋਅਰ ਹੁੰਦੇ ਆ, ਇੱਕ ਗ੍ਰੰਥੀ ਹੁੰਦੇ ਆ, ਇੱਕ ਬਹੁਤ ਵੱਡੀ ਇਮੇਜ ਉਹ ਬਾਅਦ ਵਿੱਚ ਵੀ ਪੋਲਿਟਿਕਸ 'ਚ ਨਿਕਲ ਕੇ ਸਾਹਮਣੇ ਆਉਂਦੇ ਆ। ਮਾਸਟਰ ਤਾਰਾ ਸਿੰਘ ਔਰ ਫਤਿਹ ਸਿੰਘ ਦੀ ਆਪਸ ਦੇ ਵਿੱਚ ਉਹਨਾਂ ਦਾ ਦੋ ਫੜ ਹੋ ਜਾਂਦੇ ਨੇ, ਉਹ ਵੀ ਗੱਲ ਬਾਅਦ ਵਿੱਚ ਆਏਗੀ। ਸੋ ਸੰਤ ਫਤਿਹ ਸਿੰਘ ਇੱਥੇ ਆਪਣਾ ਫਾਸਟ ਅਨਟੂ ਡੈਥ ਮਰਨ ਵਰਤ ਤੇ ਬਹਿ ਜਾਂਦੇ ਨੇ। ਉਹਨਾਂ ਦੇ ਮਰਨ ਵਰਤ ਨੂੰ ਸਰਕਾਰੀ ਅਸ਼ੋਰੈਂਸ ਦੇ ਕੇ, ਆਫੀਸ਼ੀਅਲ ਅਸ਼ੋਰੈਂਸ ਦੇ ਕੇ ਖੁਲਵਾ ਲਿਆ ਜਾਂਦਾ। ਉਹਨਾਂ ਦਾ ਵਰਤ ਜਿਹੜਾ ਇੱਕ ਤਰ੍ਹਾਂ ਨਾਲ ਸਰਕਾਰ ਵੱਲੋਂ ਤੁੜਵਾ ਲਿਆ ਜਾਂਦਾ ਹੈ ਤੇ ਨਾਲ ਹੀ ਮਾਸਟਰ ਤਾਰਾ ਸਿੰਘ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਜੇਲ੍ਹ 'ਚ। ਮਾਸਟਰ ਤਾਰਾ ਸਿੰਘ ਜੇਲ੍ਹ ਤੋਂ ਰਿਹਾ ਹੋ ਜਾਂਦੇ ਔਰ ਨਾਲ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਪ੍ਰਤਾਪ ਸਿੰਘ ਕੈਰੋਂ ਉਹਨਾਂ ਬਾਰੇ ਗੱਲਾਂ ਕਹਿੰਦੇ ਨੇ ਰੈਲੀਆਂ ਦੇ ਵਿੱਚ ਜਾ ਕੇ ਕਿ ਜਿਹੜੇ ਮਾਸਟਰ ਤਾਰਾ ਸਿੰਘ ਉਹ ਪਾਕਿਸਤਾਨੀ ਏਜੰਟ ਆ।
ਸੋ ਮਾਸਟਰ ਤਾਰਾ ਸਿੰਘ 2 ਜਾਂ 3 ਲੈਟਰ ਲਿਖਦੇ ਆ ਪੰਡਿਤ ਨਹਿਰੂ ਨੂੰ, ਹਾਈ ਕਮਾਂਡ ਨੂੰ ਲਿਖਦੇ ਆ, ਕਾਂਗਰਸ ਹਾਈ ਕਮਾਂਡ ਨੂੰ, ਇਸ ਗੱਲ ਦੀ ਜਵਾਬਦੇਹੀ ਮੰਗਦੇ ਨੇ ਕਿ ਤੁਸੀਂ ਮੇਰੇ ਤੇ ਬਹੁਤ ਵੱਡਾ ਇਲਜ਼ਾਮ ਲਾਇਆ ਦਾ ਜਵਾਬ ਦਿਓ, ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ। ਕਹਿਣ ਦਾ ਭਾਵ ਇਹ ਗੱਲ ਦੱਸਣ ਦਾ ਇਹ ਹੈ ਕਿ ਮਾਸਟਰ ਤਾਰਾ ਸਿੰਘ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਬਹੁਤ ਵੱਡੇ ਲੈਵਲ ਤੇ ਉਸ ਟਾਈਮ ਜ਼ੋਰ ਪਕੜ ਰਹੀਆਂ ਹੁੰਦੀਆਂ ਨੇ ਤਾਂ ਕਿ ਮਾਸਟਰ ਤਾਰਾ ਸਿੰਘ ਦੁਬਾਰਾ ਕਿਸੇ ਤਰ੍ਹਾਂ ਦੀ ਮੂਵਮੈਂਟ ਸਟਾਰਟ ਨਾ ਕਰਨ। ਪਰ ਹੁੰਦਾ ਕੀ ਹੈ ਕਿ 15 ਅਗਸਤ 1961 ਨੂੰ ਮਾਸਟਰ ਤਾਰਾ ਸਿੰਘ ਆਪਣੇ ਮਰਨ ਵਰਤ ਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ 'ਚ ਬਹਿ ਜਾਂਦੇ ਆ। ਸੋ ਮਾਸਟਰ ਤਾਰਾ ਸਿੰਘ ਪੰਜਾਬੀ ਸੂਬੇ ਦੀ ਡਿਮਾਂਡ ਦੇ ਲਈ ਮਰਨ ਵਰਤ ਰੱਖਦੇ ਔਰ ਨਾਲ ਹੀ ਜਿਹੜੀ ਹਿੰਦੂ ਆਰਗੇਨਾਈਜੇਸ਼ਨਸ ਹੁੰਦੀਆਂ ਉਹ ਵੀ ਮਰਨ ਵਰਤ ਦੀ ਸੀਰੀਜ਼ ਸ਼ੁਰੂ ਕਰ ਦਿੰਦੇ ਆ। ਹਿੰਦੂ ਆਰਿਆ ਸਮਾਜੀ, ਹਿੰਦੂ ਮਹਾਸਭਾ ਐਂਡ ਜਿਹੜੇ ਜਨ ਸੰਘ ਵਾਲੇ ਉਹਨਾਂ ਦੇ ਵੀ ਕਈ ਲੋਕ ਜਿਹੜੇ ਆ ਉਹ ਵੀ ਮਰਨ ਵਰਤ ਐਟ ਦਾ ਸੇਮ ਟਾਈਮ ਅਲੱਗ-ਅਲੱਗ ਥਾਵਾਂ ਤੇ ਸ਼ੁਰੂ ਕਰ ਦਿੰਦੇ ਆ। ਸੋ ਪੈਰਲਰ ਮਰਨ ਵਰਤ ਚੱਲਦੇ ਆ, ਇੱਕ ਕੰਪੀਟੀਟਿਵ ਮਰਨ ਵਰਤ ਚੱਲਦੇ, ਇੱਕ ਪਾਸੇ ਮਾਸਟਰ ਤਾਰਾ ਸਿੰਘ, ਦੂਸਰੇ ਪਾਸੇ ਜਿਹੜੇ ਹਿੰਦੂ ਜਿਹੜੀਆਂ ਸੇਵ ਹਿੰਦੀ ਹੁੰਦੇ ਆ, ਜਿਹੜੇ ਹਿੰਦੀ ਦੇ ਸਪੋਰਟਰਸ ਹੁੰਦੇ ਆ, ਹਿੰਦੀ ਵਾਰੀਅਰਸ ਆਪਣੇ ਆਪ ਨੂੰ ਕਹਿੰਦੇ ਹੁੰਦੇ ਆ, ਉਹ ਵੀ ਇੱਕ ਪੈਰਲਰ ਮਰਨ ਵਰਤ ਸ਼ੁਰੂ ਹੋ ਜਾਂਦਾ। ਸੋ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਮਾਸਟਰ ਤਾਰਾ ਸਿੰਘ ਦੇ ਮਰਨ ਵਰਤ ਨੂੰ ਕੋਈ ਖਾਸ ਤਵੱਜੋ ਜਿਹੜੀ ਆ ਉਹ ਦੋਨਾਂ ਮਰਨ ਵਰਤਾਂ ਨੂੰ ਜਿਹੜੇ ਪ੍ਰਤਾਪ ਸਿੰਘ ਕੈਰੋਂ ਹੁੰਦੇ ਆ ਉਹ ਇਸ ਚੀਜ਼ ਨੂੰ ਗਲਤ ਮੰਨਦੇ ਹੁੰਦੇ ਆ। ਉਹ ਸ਼ੁਰੂ ਤੋਂ ਹੀ ਗੁਰਦੁਆਰਿਆਂ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੁੰਦੇ ਆ ਕਿ ਜਿਹੜੇ ਅਕਾਲੀ ਦਲ ਹੈ ਉਹ ਗੁਰਦੁਆਰਿਆਂ ਨੂੰ ਇੱਕ ਆਪਣਾ ਡਿਵਾਈਸ ਸਮਝਦਾ ਹੈ, ਇੱਕ ਔਜ਼ਾਰ ਸਮਝ ਕੇ ਵਰਤਦੇ ਨੇ। ਜਿੱਥੇ ਕ੍ਰਿਮੀਨਲ ਹੈ, ਕ੍ਰਿਮੀਨਲ ਅੰਦਰ ਜਾ ਕੇ ਛੁਪ ਜਾਂਦੇ ਨੇ। ਸੋ ਜਿਹੜੇ ਉਹ ਇੰਨੀ ਤਵੱਜੋ ਇਹਨਾਂ ਨੂੰ ਨਹੀਂ ਦਿੰਦੇ ਮਾਸਟਰ ਤਾਰਾ ਸਿੰਘ ਜੀ ਦੇ ਮਰਨ ਵਰਤ ਨੂੰ। ਔਰ ਅਲਟੀਮੇਟਲੀ ਜਿਹੜੀ ਉਹਨਾਂ ਦੀ ਬੇਟੀ ਹੀ ਉਹਨਾਂ ਦਾ ਆ ਕੇ 40-45 ਦਿਨਾਂ ਬਾਅਦ ਸ਼ਾਇਦ ਉਹਨਾਂ ਦਾ ਵਰਤ ਖੁਲਵਾਉਂਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਬਹੁਤ ਡਿਟੋਰੀਏਟ ਹੋ ਚੁੱਕੀ ਹੁੰਦੀ ਹੈ। ਕਾਫੀ ਉਮਰ ਮਾਸਟਰ ਤਾਰਾ ਸਿੰਘ ਦੀ ਹੁੰਦੀ ਹੈ ਇਸ ਟਾਈਮ ਤੇ। ਅਕਾਲ ਤਖਤ ਇਸ ਚੀਜ਼ ਤੋਂ ਨਾਰਾਜ਼ ਹੁੰਦਾ। ਅਕਾਲ ਤਖਤ ਤੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਸਜ਼ਾ ਦਿੰਦੇ ਆ ਮਾਸਟਰ ਤਾਰਾ ਸਿੰਘ ਨੂੰ ਕਿ ਤੁਸੀਂ ਆਪਣੀ ਸਹੁੰ ਤੋਂ ਮੁੱਕਰੇ ਆ। ਤੁਸੀਂ ਇੱਕ ਸਹੁੰ ਖਾਦੀ ਸੀ ਕਿ ਮੈਂ ਪੰਜਾਬੀ ਸੂਬਾ ਲਵਾਂਗਾ ਜਾਂ ਮੈਂ ਮਰ ਜਾਵਾਂਗਾ, ਤੁਸੀਂ ਆਪਣੀ ਸਹੁੰ ਤੋਂ ਮੁੱਕਰੇ, ਇਸ ਕਰਕੇ ਤੁਸੀਂ ਸਜ਼ਾ ਦੇ ਹੱਕਦਾਰ ਆ। ਉਹਨਾਂ ਤੇ ਜੋ ਵੀ ਕਾਰਵਾਈ ਅਕਾਲ ਤਖਤ ਵੱਲੋਂ ਕੀਤੀ ਜਾਂਦੀ ਹੈ ਉਹ ਅੱਜ ਦੇ ਸਮੇਂ 'ਚ ਵੀ ਆਪਾਂ ਦੇਖਦੇ ਹਾਂ ਅਕਾਲ ਤਖਤ ਕਾਰਵਾਈਆਂ ਆਪਣੀਆਂ ਕਰਦਾ। ਸੋ ਮਾਸਟਰ ਤਾਰਾ ਸਿੰਘ ਤੇ ਵੀ ਅਕਾਲ ਤਖਤ ਦੀ ਗਾਜ ਗਿਰਦੀ ਹੈ। ਮਾਸਟਰ ਤਾਰਾ ਸਿੰਘ ਨੂੰ ਇੱਕ ਤਰ੍ਹਾਂ ਨਾਲ ਐਕਸਕਮਿਊਨੀਕੇਟ ਕਰਕੇ ਜਾਂ ਇੱਕ ਸਾਈਡ ਲਾਈਨ ਇੱਕ ਬਹੁਤ ਹਾਸ਼ੀਏ ਤੇ ਚਲੇ ਜਾਂਦੇ ਆ। ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ SGPC ਦੇ ਵਿੱਚ ਵੀ। ਇਸ ਸਮੇਂ ਜਦੋਂ ਮਾਸਟਰ ਤਾਰਾ ਸਿੰਘ ਆਪਣੇ ਮਰਨ ਵਰਤ ਤੇ ਬੈਠੇ ਹੁੰਦੇ ਉਹਨਾਂ ਨੇ ਕਿਹਾ ਹੁੰਦਾ ਹੈ ਕਿ ਹੋਰ ਵੀ ਬਹੁਤ ਲੋਕ ਜਿਹੜੇ ਆਪਣੇ ਜੈ ਪ੍ਰਕਾਸ਼ ਸੀਗੇ ਜਿਨ੍ਹਾਂ ਨੇ JP ਅੰਦੋਲਨ ਵੀ ਬਾਅਦ ਵਿੱਚ ਕਾਫੀ ਫੇਮਸ ਹੋਇਆ, ਉਹ ਜਿਹੇ ਰਾਜਾ ਗੋਪਾਲਾਚਾਰਿਆ, ਇਹੋ ਜਿਹੇ ਲੋਕਾਂ ਨੂੰ ਵੀ ਪੱਤਰ ਲਿਖੇ, ਉਹਨਾਂ ਨੂੰ ਵੀ ਵਿੱਚ ਮੀਡੀਏਟ ਕਰਨ ਲਈ ਕਿਹਾ ਕਿ ਪੰਡਿਤ ਨਹਿਰੂ ਨਾਲ ਗੱਲਬਾਤ ਕਰਕੇ ਪੰਜਾਬੀ ਸੂਬੇ ਦੀ ਸਾਡੀ ਮੰਗ ਪੂਰੀ ਕੀਤੀ ਜਾਵੇ। ਨਾਲ ਹੀ ਜਿਹੜੇ ਇੱਕ ਸਵਾਮੀ ਸੀ ਔਰ ਇੱਕ ਯੋਗੀ ਸੀ ਜਿਹੜੇ ਹਿੰਦੀ ਦੇ ਸਪੋਰਟਰ ਸੀ, ਉਹ ਮਰਨ ਵਰਤ ਤੇ ਬੈਠੇ ਸੀ। ਉਹਨਾਂ ਦਾ ਵੀ ਮਰਨ ਵਰਤ ਐਜ਼ ਇਟ ਇਜ਼ ਹੀ ਚੱਲਦਾ ਰਹਿੰਦਾ, ਪਰ ਉਹ ਵੀ ਫਿਰ ਅਲਟੀਮੇਟਲੀ ਜਦੋਂ ਮਾਸਟਰ ਤਾਰਾ ਸਿੰਘ ਦਾ ਮਰਨ ਵਰਤ ਖਤਮ ਹੁੰਦਾ ਨਾਲ ਹੀ ਉਹਨਾਂ ਦੇ ਵੀ ਬਾਅਦ ਵਿੱਚ ਮਰਨ ਵਰਤ ਜਿਹੜਾ ਫਾਸਟ ਟੂ ਡੈਥ ਹੁੰਦਾ ਉਹ ਖਤਮ ਕਰ ਦਿੰਦੇ ਆ। ਔਰ ਪਰ ਪੰਜਾਬੀ ਸੂਬੇ ਦੀ ਜਿਹੜੀ ਮੰਗ ਆ ਉਹ ਇਸ ਟਾਈਮ ਇੱਥੇ ਆ ਕੇ ਉਹਨੂੰ ਥੋੜੀ ਜਿਹੀ ਸੇਧ ਲੱਗਦੀ। ਸੇਧ ਕਿਵੇਂ ਲੱਗਦੀ ਹੈ ਕਿ ਮਾਸਟਰ ਤਾਰਾ ਸਿੰਘ ਦੀ ਇਸ ਚੀਜ਼ ਤੋਂ ਨਾਰਾਜ਼ ਹੁੰਦੇ ਆ ਫਤਿਹ ਸਿੰਘ, ਸੰਤ ਫਤਿਹ ਸਿੰਘ, ਕਿਉਂਕਿ ਇੱਥੇ ਮਾਸਟਰ ਤਾਰਾ ਸਿੰਘ ਨੇ ਕਸਮ ਖਾਧੀ ਹੁੰਦੀ ਹੈ, ਇੱਕ ਰਿਲੀਜੀਅਸ ਓਥ ਲੈ ਕੇ ਉਹ ਬੈਠੇ ਹੁੰਦੇ ਆ ਮਰਨ ਵਰਤ ਤੇ, ਪਰ ਬਿਨਾਂ ਕਿਸੇ ਅਸ਼ੋਰੈਂਸ ਤੋਂ ਹੀ ਜਾਂ ਬਿਨਾਂ ਕਿਸੇ ਸੋਲਿਡ ਉਹ ਚੀਜ਼ ਨੂੰ ਅਟੇਨ ਕੀਤੇ ਹੀ ਉਹ ਇਸ ਤੋਂ ਹਟ ਜਾਂਦੇ ਆ। ਸੋ ਇੱਥੇ ਦੋ ਧੜੇ ਬਣ ਜਾਂਦੇ ਆ, ਅਕਾਲੀ ਦਲ 'ਚ ਪਾੜ ਪੈ ਜਾਂਦੀ ਹੈ ਇੱਥੇ। ਇੱਕ ਧੜਾ ਹੋ ਜਾਂਦਾ ਸੰਤ ਫਤਿਹ ਸਿੰਘ ਦਾ, ਇੱਕ ਧੜਾ ਹੋ ਜਾਂਦਾ ਹੈ ਮਾਸਟਰ ਤਾਰਾ ਸਿੰਘ ਦਾ। ਸੰਤ ਫਤਿਹ ਸਿੰਘ ਫਿਰ 1962 ਦੇ ਵਿੱਚ ਦੁਬਾਰਾ ਮਰਨ ਵਰਤ ਤੇ ਬੈਠਦੇ ਆ, ਬਟ ਉਸ ਟਾਈਮ 1962 ਦੀ ਵਾਰ, ਇੰਡੋ ਚਾਈਨਾ ਵਾਰ ਸ਼ੁਰੂ ਹੋਣ ਦੇ ਨਾਲ ਉਹਨਾਂ ਦਾ ਜਿਹੜਾ ਇਹ ਵਰਤ ਆ ਉਹਨੂੰ ਪੋਸਟਪੋਨ ਕਰ ਦਿੰਦੇ ਆ। ਉਹਨਾਂ ਦੇ ਕੋਲ ਅਫੀਸ਼ੀਅਲ ਆਉਂਦੇ ਆ ਔਰ ਉਸ ਤੋਂ ਬਾਅਦ ਉਹ ਆਪਣੇ ਇਸ ਫਾਸਟ ਨੂੰ ਫਰਦਰ ਅੱਗੇ ਰੱਖਣ ਦਾ ਕੋਈ ਸਮਾਂ ਡਿਸਾਈਡ ਨਹੀਂ ਕਰਦੇ, ਬਟ ਉਹ ਇਹਨੂੰ ਪੋਸਟਪੋਨ ਕਰ ਦਿੰਦੇ ਆ। ਉਸ ਤੋਂ ਬਾਅਦ 1962 ਦੇ ਵਿੱਚ ਹੀ ਪੰਜਾਬ 'ਚ ਇਲੈਕਸ਼ਨਸ ਵੀ ਹੁੰਦੇ ਆ। ਉਸ ਤੋਂ ਬਾਅਦ ਵੀ ਜਿਹੜੇ ਸੰਤ ਫਤਿਹ ਸਿੰਘ ਸੀਗੇ ਉਹ ਆਪਣੀ ਗੱਲਬਾਤ ਜਿਹੜੀ ਆ ਉਹ ਲਾਲ ਬਹਾਦੁਰ ਸ਼ਾਸਤਰੀ ਦੇਸ਼ ਦੇ ਹੋਮ ਮਿਨਿਸਟਰ ਦੇ ਨਾਲ ਹੋਰ ਸਾਰਿਆਂ ਦੇ ਨਾਲ ਕੰਟੀਨਿਊ ਰੱਖਦੇ ਆ ਪੰਜਾਬੀ ਸੂਬੇ ਦੇ ਲਈ, ਪਰ ਉਹਨਾਂ ਨੂੰ ਕੋਈ ਜ਼ਿਆਦਾ ਤਵੱਜੋ ਨਹੀਂ ਮਿਲਦੀ ਪੰਜਾਬੀ ਸੂਬਾ ਮੂਵਮੈਂਟ ਨੂੰ ਜਾਂ ਇਸ ਚੀਜ਼ ਨੂੰ। ਉਹਨਾਂ ਨੂੰ ਅੱਗੇ ਸਰਕਾਰੀ ਲਾਰੇ ਹੀ ਮਿਲਦੇ ਆ ਕਿ ਜਿਹੜਾ ਪੰਜਾਬੀ ਸੂਬਾ ਆ ਉਹ ਨਹੀਂ ਬਣੇਗਾ, ਕਿਉਂਕਿ ਰੀਜਨਲ ਫਾਰਮੂਲਾ ਵੀ ਹਜੇ ਚੰਗੀ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਇੰਪਲੀਮੈਂਟ ਨਹੀਂ ਕੀਤਾ ਗਿਆ ਹੁੰਦਾ, ਉਹ ਸਿਰਫ ਗੱਲਾਂ ਦੇ ਵਿੱਚ ਹੀ ਰਹਿ ਜਾਂਦਾ। 1964 ਆਉਂਦਾ ਹੈ, ਪੰਡਿਤ ਨਹਿਰੂ ਦੀ ਡੈਥ ਹੋ ਜਾਂਦੀ ਹੈ। ਪੰਡਿਤ ਨਹਿਰੂ ਦੀ ਡੈਥ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਪ੍ਰਤਾਪ ਸਿੰਘ ਕੈਰੋਂ ਰਿਜ਼ਾਈਨ ਕਰ ਦਿੰਦੇ ਆ। ਪ੍ਰਤਾਪ ਸਿੰਘ ਕੈਰੋਂ ਦੇ ਪਿਛਲੇ 63-64 ਦੇ ਵਿੱਚ ਉਹਨਾਂ ਤੇ ਬਹੁਤ ਇਲਜ਼ਾਮ ਲੱਗੇ ਹੁੰਦੇ ਆ ਕਰਪਸ਼ਨ ਦੇ। ਉਹਨਾਂ ਦੀ ਇੱਕ ਇੰਟਰਨਲ ਕਮੇਟੀ ਬੈਠਦੀ, ਉਸ ਕਮੇਟੀ ਦੇ ਵਿੱਚ ਸਾਬਿਤ ਵੀ ਹੋ ਜਾਂਦਾ, ਉਹ ਕਮੇਟੀ ਕਸੂਰਵਾਰ ਠਹਿਰਾਉਂਦੀ ਆ ਪ੍ਰਤਾਪ ਸਿੰਘ ਕੈਰੋਂ ਨੂੰ ਕਿ ਉਹਨਾਂ ਨੇ ਆਪਣੀ ਇਨਫਲੂਐਂਸ ਦਾ, ਆਪਣੀ ਪੋਜੀਸ਼ਨ ਦਾ, ਪੋਸਟ ਦਾ
ਗਲਤ ਫਾਇਦਾ ਚੱਕ ਕੇ ਕਰਪਸ਼ਨ ਜਾਂ ਇਦਾਂ ਦੀਆਂ ਹੋਰ ਚੀਜ਼ਾਂ ਉਹਨਾਂ ਦੇ ਬੇਟਿਆਂ ਤੇ ਇਲਜ਼ਾਮ ਆਉਂਦੇ, ਉਹਨਾਂ ਦੇ ਫੈਮਿਲੀ ਐਂਡ ਰਿਲੇਟਿਵਸ ਤੇ ਇਲਜ਼ਾਮ ਆਉਂਦੇ ਸੀ। ਉਹ ਪ੍ਰਤਾਪ ਸਿੰਘ ਕੈਰੋ ਵੀ ਸਾਈਡ ਹੋ ਜਾਂਦੇ। ਪ੍ਰਤਾਪ ਸਿੰਘ ਕੈਰੋ ਇੱਕ ਇਦਾਂ ਦੇ ਮਿਨਿਸਟਰ ਸੀ ਜਿਹੜੇ ਇਸ ਚੀਜ਼ ਨੂੰ ਸੰਭਾਲ ਸਕਦੇ ਸੀ। ਉਹਨਾਂ ਦੀ ਵਿਦਾਇਗੀ ਤੋਂ ਬਾਅਦ, ਉਹਨਾਂ ਦੀ ਰੈਜ਼ਿਗਨੇਸ਼ਨ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਜਾਂਦਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਇਹ ਪੰਜਾਬੀ ਸੂਬਾ ਮੂਵਮੈਂਟ ਆ ਆਪਣੇ ਕਨਕਲੂਜਨ ਵੱਲ ਆਉਂਦੀ ਹੈ। 1965 ਦੇ ਵਿੱਚ SGPC ਦੇ ਇਲੈਕਸ਼ਨ ਹੁੰਦੇ ਆ, ਜਿਹਦੇ ਵਿੱਚ ਸੰਤ ਫਤਿਹ ਸਿੰਘ ਦੀ ਜਿਹੜੀ ਅਕਾਲੀ ਦਲ ਹੁੰਦੀ ਹੈ ਉਹ ਇਲੈਕਸ਼ਨ ਜਿੱਤ ਜਾਂਦੀ ਹੈ ਔਰ ਮਾਸਟਰ ਤਾਰਾ ਸਿੰਘ ਇਲੈਕਸ਼ਨ ਇੱਕ ਤਰ੍ਹਾਂ ਦੇ ਹਾਰ ਜਾਂਦੇ ਆ। ਸੋ ਇਸ ਟਾਈਮ ਦੇ ਡਿਊਰਿੰਗ ਮਾਸਟਰ ਤਾਰਾ ਸਿੰਘ ਜਿਹੜੇ ਆ ਇੱਕ ਤਰ੍ਹਾਂ ਨਾਲ ਸੈਲਫ ਐਗਜ਼ਾਈਲ ਦੇ ਵਿੱਚ ਚਲੇ ਜਾਂਦੇ। ਉਹ ਆਪਣੇ ਆਪ ਨੂੰ ਪਬਲਿਕ ਲਾਈਫ ਤੋਂ ਆਪਣੇ ਆਪ ਹੀ ਦੂਰ ਕਰ ਲੈਂਦੇ, ਇੱਕ ਤਰ੍ਹਾਂ ਨਾਲ ਰਿਟਾਇਰਮੈਂਟ ਕਰ ਲੈਂਦੇ। ਬਟ 1965 ਤੋਂ ਬਾਅਦ ਮਾਸਟਰ ਤਾਰਾ ਸਿੰਘ ਬਾਹਰ ਆ ਕੇ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਪਬਲਿਕ ਲਾਈਫ 'ਚ ਵਾਪਿਸ ਆ ਕੇ ਕਾਂਗਰਸ ਨੂੰ ਚੈਲੰਜ ਕਰਦੇ ਆ। ਸੋ ਉਹਨਾਂ ਦਾ ਚੈਲੰਜ ਕੱਲਾ ਕਾਂਗਰਸ ਨੂੰ ਨਹੀਂ ਹੁੰਦਾ, ਉਹ ਸੰਤ ਫਤਿਹ ਸਿੰਘ ਨੂੰ ਵੀ ਹੁੰਦਾ ਹੈ ਕਿ ਗੱਲ ਤਾਂ ਪੰਜਾਬੀ ਸੂਬਾ ਲੈਣ ਦੀ ਸੀ। ਸੋ ਉਹ ਕਹਿ ਦਿੰਦੇ ਆ ਕਿ ਉਹ ਇੱਕ ਚੈਲੰਜ ਦਿੰਦੇ ਆ ਵੀ ਨਾ ਰੀਜਨਲ ਫਾਰਮੂਲਾ ਇੰਪਲੀਮੈਂਟ ਹੋਇਆ, ਨਾ ਹੀ ਪੰਜਾਬੀ ਬੋਲਦਾ ਸੂਬਾ ਸਾਨੂੰ ਅਲੱਗ ਤੋਂ ਕੋਈ ਮਿਲਿਆ। ਸੋ ਸੰਤ ਫਤਿਹ ਸਿੰਘ ਇੱਕ ਤਰ੍ਹਾਂ ਨਾਲ ਕਾਲੀ ਦੇ ਵਿੱਚ ਆ ਕੇ ਇੱਕ ਨੀ-ਜਰਕ ਰਿਐਕਸ਼ਨ ਲਾ ਲਓ ਵੀ ਉਹ ਲਾਲ ਬਹਾਦਰ ਸ਼ਾਸਤਰੀ ਦੇ ਨਾਲ, ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤਾਂ ਕਰਦੇ ਆ। ਉਹਨਾਂ ਮੁਲਾਕਾਤਾਂ ਦੇ ਵਿੱਚ ਉਹ ਡਿਮਾਂਡ ਰੱਖਦੇ ਆ ਵੀ ਸਾਨੂੰ ਪੰਜਾਬੀ ਸੂਬਾ ਚਾਹੀਦਾ। ਬਟ ਉਸ ਟਾਈਮ ਵੀ ਲਾਲ ਬਹਾਦਰ ਸ਼ਾਸਤਰੀ ਉਹਨਾਂ ਦਾ ਇਸ ਗੱਲ ਤੇ ਸਾਥ ਨਹੀਂ ਦਿੰਦੇ। ਉਹ ਪੰਜਾਬੀ ਸੂਬਾ 1965 ਤੱਕ ਵੀ ਨਹੀਂ ਮਿਲਦਾ। ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਾਈਮ ਮਿਨਿਸਟਰ ਵੱਲੋਂ ਬੜਾ ਠੰਡਾ ਜਿਹਾ ਰਿਸਪੌਂਸ ਮਿਲਣ ਤੋਂ ਬਾਅਦ ਸੰਤ ਫਤਿਹ ਸਿੰਘ ਆਪਣਾ ਫਾਸਟ ਅਨਟੂ ਡੈਥ ਕਰਦੇ ਆ, ਕਿਉਂਕਿ ਕੋਈ ਹੋਰ ਉਹਨਾਂ ਕੋਲ ਆਪਸ਼ਨ ਨਹੀਂ ਬਚੀ ਹੁੰਦੀ। ਉਹ ਮਰਨ ਵਰਤ ਰੱਖਦੇ ਆ 1965 ਦੇ ਵਿੱਚ ਹੀ, ਅਗਸਤ ਦੇ ਵਿੱਚ। ਔਰ ਉਸੇ ਟਾਈਮ ਇੰਡੀਆ ਪਾਕਿਸਤਾਨ ਦੀ ਵਾਰ ਸ਼ੁਰੂ ਹੋ ਜਾਂਦੀ ਹੈ। ਵਾਰ ਜਿਹੜੀ ਬਹੁਤ ਇੰਟੈਂਸਿਵ ਹੁੰਦੀ ਹੈ, ਲਾਹੌਰ ਤੱਕ ਭਾਰਤ ਦੇ ਫੌਜੀ ਐਂਡ ਖੇਮਕਰਨ ਤੱਕ ਲੜਾਈ ਆ ਚੁੱਕੀ ਹੁੰਦੀ। ਸੋ ਇਸ ਤੋਂ ਬਾਅਦ ਜਿਹੜੀ ਆਪਣੇ ਇੰਡੀਅਨ ਅਫੀਸ਼ੀਅਲਸ ਆ, ਗਵਰਨਮੈਂਟ ਅਫੀਸ਼ੀਅਲਸ, ਉਹ ਇੱਕ ਐਸ਼ੋਰੈਂਸ ਦਿੰਦੇ ਆ ਸੰਤ ਫਤਿਹ ਸਿੰਘ ਨੂੰ ਕਿ ਆਪਾਂ ਇੱਕ ਹਾਈ ਪਾਵਰ ਕਮੇਟੀ ਬਣਾਵਾਂਗੇ। ਉਹਦੇ ਵਿੱਚ ਹੁਕਮ ਸਿੰਘ ਜੀ ਹੁੰਦੇ ਨੇ, ਗਿਆਨੀ ਕਰਤਾਰ ਸਿੰਘ ਜੀ ਹੁੰਦੇ ਨੇ ਜਿਹੜੇ ਕਿਸੇ ਟਾਈਮ ਅਕਾਲੀ ਰਹੇ ਹੁੰਦੇ ਨੇ ਔਰ ਜਿਹੜੇ ਪੰਜਾਬੀ ਸੂਬਾ ਮੂਵਮੈਂਟ ਦੇ ਫੇਵਰ 'ਚ ਹੁੰਦੇ ਨੇ ਕਿਸੇ ਟਾਈਮ ਤੱਕ। ਉਹ ਬਾਅਦ ਵਿੱਚ ਖੈਰ ਕਾਂਗਰਸ ਦੇ ਵਿੱਚ ਜਾ ਕੇ ਪੰਜਾਬੀ ਸੂਬਾ ਮੂਵਮੈਂਟ ਨੂੰ ਕੰਡੈਮ ਕਰਦੇ ਨੇ। ਪਰ ਉਹਨਾਂ ਦੀ ਇੱਕ ਬਹੁਤ ਹਾਈ ਪਾਵਰਡ ਕਮੇਟੀ, ਇੱਕ ਪਾਰਲੀਮੈਂਟਰੀ ਕਮੇਟੀ ਬਣਦੀ ਹੈ ਤਾਂ ਉਹਦੇ ਤੋਂ ਸੰਤ ਫਤਿਹ ਸਿੰਘ ਆਪਣਾ ਮਰਨ ਵਰਤ ਛੱਡ ਦਿੰਦੇ ਆ। ਉਸ ਤੋਂ ਬਾਅਦ 1966 ਦੇ ਵਿੱਚ ਹੀ, ਸ਼ੁਰੂਆਤ ਦੇ ਵਿੱਚ ਹੀ ਲਾਲ ਬਹਾਦਰ ਸ਼ਾਸਤਰੀ ਦੀ ਡੈਥ ਹੋ ਜਾਂਦੀ ਹੈ। ਦੈਨ ਪ੍ਰਾਈਮ ਮਿਨਿਸਟਰ ਬਣਦੇ ਆ ਇੰਦਰਾ ਗਾਂਧੀ। ਔਰ ਇੰਦਰਾ ਗਾਂਧੀ ਦਾ ਆ ਕੇ ਜਿਹੜਾ ਸਮਾਂ ਆ ਉਹਦੇ ਵਿੱਚ ਆਪਾਂ ਨੂੰ ਇੱਕ ਕਹਿ ਰਹੀ ਹਾਂ ਪੰਜਾਬੀ ਸੂਬਾ ਮਿਲਦਾ। ਚਾਹੇ ਇੰਦਰਾ ਗਾਂਧੀ ਨੇ ਸਾਫ਼ ਆਪਣੀ ਲਿਖਿਆ ਆ ਕਿ ਮੈਂ ਨਹੀਂ ਸੀ ਚਾਹੁੰਦੀ ਪੰਜਾਬੀ ਸੂਬਾ ਵੰਡ ਹੋਣਾ, ਕਿਉਂਕਿ ਉਹਨਾਂ ਦੇ ਫਾਦਰ ਨਹੀਂ ਸੀ ਚਾਹੁੰਦੇ, ਪੰਡਿਤ ਜਵਾਹਰ ਲਾਲ ਨਹਿਰੂ ਜੀ। ਬਟ ਫਿਰ ਵੀ ਜਿਹੜੀ ਉਹ ਹਾਈ ਪਾਰਲੀਮੈਂਟਰੀ ਕਮੇਟੀ ਬਣੀ ਹੋਈ ਸੀ, ਉਸ ਕਮੇਟੀ ਦੀ ਜਿਹੜੀ ਰਿਪੋਰਟ ਸੀ ਉਹ ਇੱਕ ਤਰ੍ਹਾਂ ਨਾਲ ਪੰਜਾਬ ਦੇ ਫੇਵਰ 'ਚ ਆ ਰਹੀ ਸੀ। ਉਹਦੇ ਵਿੱਚ ਲਿਖਿਆ ਆ ਰਿਹਾ ਸੀ ਕਿ ਪੰਜਾਬ ਵੰਡਿਆ ਜਾਏਗਾ, ਪੰਜਾਬੀ ਬੋਲਦਾ ਇਲਾਕਾ ਪੰਜਾਬ ਹੋਏਗਾ, ਹਿੰਦੀ ਬੋਲਦਾ ਇਲਾਕਾ ਹਰਿਆਣੇ ਨੂੰ ਦਿੱਤਾ ਜਾਏਗਾ। ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਵੀ ਸੈਂਟਰ ਦੀ ਸਰਕਾਰ ਵੱਲੋਂ ਬਹੁਤ ਕੋਸ਼ਿਸ਼ਾਂ ਹੋਈਆਂ ਸੀ ਕਿ ਸਾਨੂੰ ਇਸ ਚੀਜ਼ ਨੂੰ ਅਲਾਉ ਨਹੀਂ ਕਰਾਂਗੇ, ਪੰਜਾਬ ਨੂੰ, ਸਿੱਖਾਂ ਨੂੰ ਇੱਕ ਅਲੱਗ ਪੰਜਾਬੀ ਸੂਬਾ ਜਾਂ ਇੱਕ ਪੰਜਾਬੀ ਬੋਲਦਾ ਸੂਬਾ ਅਲੱਗ ਨਹੀਂ ਦਿੱਤਾ ਜਾਏਗਾ। ਸੋ ਬਟ ਫਿਰ ਵੀ ਹੁਕਮ ਸਿੰਘ ਦੀ ਜਿਹੜੀ ਉਹ ਕਮੇਟੀ ਸੀ, ਉਹਦੀ ਜਿਹੜੀ ਰਿਪੋਰਟ ਸੀ, ਉਹਨੂੰ ਹੀ ਆਧਾਰ ਮੰਨ ਕੇ ਫਰਦਰ ਪੰਜਾਬ ਦੀ ਜਿਹੜੀ ਵੰਡ ਆ ਉਹ ਨਿਰਧਾਰਿਤ ਕਰ ਦਿੱਤੀ ਗਈ ਸੀ ਕਿ ਪੰਜਾਬ ਦੀ ਬਾਈਫਰਕੇਸ਼ਨ ਦੁਆਰਾ ਫਿਰ ਹੋਊਗੀ। ਪੰਜਾਬ ਚੋਂ ਹਰਿਆਣਾ ਅਲੱਗ ਕੱਢਿਆ ਜਾਏਗਾ ਔਰ ਪੰਜਾਬ ਅਲੱਗ ਰਹਿ ਜਾਏਗਾ, ਛੋਟਾ ਸੂਬਾ ਰਹਿ ਜਾਏਗਾ। ਸੋ ਮਾਰਚ 1966 ਦੇ ਵਿੱਚ ਕਾਂਗਰਸ ਪਾਰਟੀ, ਕਾਂਗਰਸ ਸਰਕਾਰ ਮੰਨ ਜਾਂਦੀ ਹੈ ਪੰਜਾਬ ਸੂਬਾ ਦੇਣ ਦੇ ਲਈ। ਉਸ ਤੋਂ ਬਾਅਦ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਸੀ, ਉਹੀ ਹਿੰਦੂ ਆਰਗੇਨਾਈਜੇਸ਼ਨਸ, ਜਨ ਸੰਘ, ਆਰੀਆ ਸਮਾਜ, ਹਿੰਦੂ ਮਹਾਸਭਾ, ਉਹਨਾਂ ਦੇ ਵੱਲੋਂ ਔਰ ਜਿਹੜੇ ਪੰਜਾਬੀ ਸਪੀਕਿੰਗ ਏਰੀਆ ਸੀ ਇਹਨਾਂ ਦੇ ਆਗੂਆਂ ਵੱਲੋਂ ਇੱਕ ਹਿੰਸਕ ਦੌਰ ਪੰਜਾਬ ਦੇ ਵਿੱਚ ਇੱਕ ਹਫ਼ਤਾ ਤੱਕ ਚੱਲਦਾ ਹੈ, ਮਾਰਚ 15 ਤੱਕ 1966 ਤੱਕ ਚੱਲਦਾ ਹੈ। ਉਸ ਤੋਂ ਬਾਅਦ ਪੰਜਾਬ 'ਚ ਫਿਰ ਪ੍ਰੈਜ਼ੀਡੈਂਟ ਰੂਲ ਲਗਾਇਆ ਜਾਂਦਾ ਹੈ। ਪ੍ਰੈਜ਼ੀਡੈਂਟ ਰੂਲ ਲਗਾਉਣ ਤੋਂ ਬਾਅਦ ਇੱਕ ਸ਼ਾਹ ਕਮਿਸ਼ਨ ਬਿਠਾਇਆ ਜਾਂਦਾ, ਜਿਸ ਕਮਿਸ਼ਨ ਨੇ ਪੰਜਾਬ ਦੀਆਂ ਬਾਉਂਡਰੀਜ਼, ਜੋ ਪੰਜਾਬ ਦੀ ਰੀਆਰਗੇਨਾਈਜੇਸ਼ਨ ਹੋਣੀ ਸੀ, ਪੰਜਾਬ ਹਰਿਆਣਾ ਦੀਆਂ ਹੱਦਾਂ ਸਰਹੱਦਾਂ ਤੈਅ ਕਰਨੀਆਂ ਸੀ, ਉਹ ਬਾਉਂਡਰੀਜ਼ ਤੈਅ ਕਰਨ ਵਾਲਾ ਕਮਿਸ਼ਨ, ਸ਼ਾਹ ਕਮਿਸ਼ਨ, ਜਿਹੜੀ ਉਹ ਆਪਣੀ ਬਾਉਂਡਰੀਜ਼ ਦਿੰਦਾ। ਉਹਦੇ ਵਿੱਚ ਇੱਕ ਕਾਫੀ ਫਾਲਟ ਮੰਨਿਆ ਜਾਂਦਾ ਕਿ ਉਹਨਾਂ ਨੇ ਤਹਿਸੀਲਾਂ ਦੇ ਹਿਸਾਬ ਦੇ ਨਾਲ ਏਰੀਆਜ਼ ਦੀ ਵੰਡ ਕੀਤੀ। ਸੋ ਇੱਕ ਤਹਿਸੀਲ ਦੇ ਵਿੱਚ ਵੀ ਅਗਰ ਆਪਾਂ ਦੇਖੀਏ ਤਾਂ ਬਹੁਤ ਪਿੰਡ ਏਦਾਂ ਦੇ ਹੁੰਦੇ ਨੇ ਜਿਹੜੇ ਹਿੰਦੀ ਵਾਲੇ ਹੋ ਸਕਦੇ ਆ, ਔਰ ਉਸੇ ਤਹਿਸੀਲ 'ਚ ਬਹੁਤ ਵੱਡੇ ਪਿੰਡ ਜਿਹੜਾ ਹਿੱਸਾ ਹੋ ਸਕਦਾ ਉਹ ਪੰਜਾਬੀ ਸਪੀਕਿੰਗ ਹੋ ਸਕਦਾ। ਸੋ ਉਹ ਪੂਰੇ ਦਾ ਪੂਰਾ ਪਿੰਡ ਇੱਕ ਤਰ੍ਹਾਂ ਨਾਲ ਹਰਿਆਣਾ 'ਚ ਚਲਾ ਗਿਆ। ਜ਼ਿਆਦਾਤਰ ਰੌਲਾ ਪਿਆ ਖਰੜ ਤਹਿਸੀਲ ਨੂੰ ਲੈ ਕੇ, ਜਿਹੜਾ ਚੰਡੀਗੜ੍ਹ ਦੇ ਅਰਾਊਂਡ ਵਾਲਾ ਏਰੀਆ ਸੀ, ਔਰ ਦੂਸਰੇ ਪਾਸੇ ਫਾਜ਼ਿਲਕਾ ਦੇ ਨਾਲ ਜੁੜਿਆ ਹੋਇਆ ਏਰੀਆ ਸੀ, ਉਹ ਵੀ ਇੱਕ ਮਿਕਸਡ ਪੋਪੂਲੇਸ਼ਨ ਸੀ। ਉੱਥੇ ਹਿੰਦੀ ਸਪੀਕਿੰਗ ਵੀ ਤਹਿਸੀਲ 'ਚ ਪਿੰਡ ਬਹੁਤ ਆਉਂਦੇ ਸੀ ਔਰ ਪੰਜਾਬੀ ਸਪੀਕਿੰਗ ਵੀ। ਸੋ ਇਸ ਕਨਫਿਊਜ਼ਨ ਚੱਲੀ ਔਰ ਨਾਲ ਹੀ ਜਿਹੜੀ ਆਧਾਰ ਮੰਨਿਆ ਗਿਆ ਇਸ ਬਾਉਂਡਰੀ ਕਮਿਸ਼ਨ ਵੱਲੋਂ ਮੰਨਿਆ ਗਿਆ 1961 ਦਾ ਸੈਂਸਸ, ਜਿਹਦੇ ਨਾਲ ਜਿਹੜੇ ਪੰਜਾਬ ਦੇ ਪੰਜਾਬੀ ਸਪੀਕਿੰਗ ਲੋਕ ਸੀ ਉਹ ਜ਼ਿਆਦਾ ਖੁਸ਼ ਨਹੀਂ ਸੀ। ਕਿਉਂ ਖੁਸ਼ ਨਹੀਂ ਸੀ? ਬਿਕੋਜ਼
ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਸੀਗੀਆਂ ਉਹ ਇੱਕ ਤਰ੍ਹਾਂ ਨਾਲ ਸੈਂਸਸ ਨੂੰ ਮੈਨੂਪਲੇਟ ਕਰਦੇ ਆਏ ਸੀ। ਜਿਹੜੇ ਪੰਜਾਬੀ ਹਿੰਦੂ ਸੀ, ਚਾਹੇ ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਭਾਸ਼ਾ, ਮਾਤਰ ਭਾਸ਼ਾ ਪੰਜਾਬੀ ਸੀ, ਪਰ ਫਿਰ ਵੀ ਉਹਨਾਂ ਨੂੰ ਇੰਨਾ ਮੈਨੂਪਲੇਟ ਕੀਤਾ ਗਿਆ ਸੀ ਕਿ ਉਹ ਆਪਣੀ ਲੈਂਗੁਏਜ ਨੂੰ ਹਿੰਦੀ ਭਾਸ਼ਾ ਲਿਖਾਉਂਦੇ ਸੀ। ਸੋ 1961 ਦਾ ਸੈਂਸਸ ਉਹਨਾਂ ਨੇ ਆਧਾਰ ਮੰਨਿਆ, ਜਿਹਨੂੰ ਇੱਕ ਖੁਦ ਕੰਟਰੋਵਰਸ਼ੀਅਲ ਇੱਕ ਕਮੇਟੀ ਦਾ ਮਤਲਬ ਬਾਰਡਰ ਨਿਰਧਾਰਿਤ ਕਰਨ ਦਾ ਤਰੀਕਾ ਕਹਿ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਮੈਨੂਪੂਲੇਸ਼ਨ ਹੋਈ ਸੀ, ਐਵੀਡੈਂਟ ਸੀ। ਸੋ ਪੰਜਾਬ 1966 ਨਵੰਬਰ ਦੇ ਵਿੱਚ ਇੱਕ ਤਰ੍ਹਾਂ ਨਾਲ ਅਲੱਗ ਸੂਬਾ, ਬਿਲਕੁਲ ਅਲੱਗ ਸੂਬਾ, ਬਾਉਂਡਰੀਜ਼ ਨਿਰਧਾਰਿਤ ਹੋ ਕੇ ਵੰਡ ਜਾਂਦਾ ਹੈ। ਪੰਜਾਬ 2 ਦਹਾਕਿਆਂ ਦੇ ਵਿੱਚ 3 ਵਾਰੀ ਵੰਡਿਆ ਗਿਆ, 1947 ਦੇ ਵਿੱਚ, 1956 ਦੇ ਵਿੱਚ, 1966 ਦੇ ਵਿੱਚ। 1947 ਚ ਜਦੋਂ ਪੰਜਾਬ ਈਸਟ ਐਂਡ ਵੈਸਟ ਪੰਜਾਬ ਬਣਿਆ, 1956 ਦੇ ਵਿੱਚ ਜਦੋਂ ਪ੍ਰਿੰਸਲੀ ਸਟੇਟਸ ਨੂੰ, ਪੈਪਸੂ ਨੂੰ ਪੰਜਾਬ ਚ ਮਰਜ ਕੀਤਾ ਗਿਆ, ਔਰ 1966 ਦੇ ਵਿੱਚ ਜਦੋਂ ਪੰਜਾਬ 2 ਟੁਕੜੇ ਹੋ ਕੇ ਇੱਕ ਹਰਿਆਣਾ ਹੋ ਗਿਆ ਔਰ ਇੱਕ ਪੰਜਾਬ ਹੋ ਗਿਆ। ਹੁਣ ਗੱਲ ਕਰਦੇ ਹਾਂ ਕਿ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਸੀ, ਜਿਹੜੀ 1946 ਤੋਂ ਮੈਂ ਕਾਊਂਟ ਕਰਦੀ ਹਾਂ ਵੀ 1946 ਤੋਂ ਸ਼ੁਰੂ ਹੋਈ ਔਰ 1966 ਦੇ ਵਿੱਚ ਖਤਮ ਹੋਈ। 20 ਸਾਲ ਲੰਬੀ ਜਿਹੜੀ ਇਹ ਮੂਵਮੈਂਟ ਸੀ, ਇਹਦੇ ਵਿੱਚ ਫਾਇਦਾ ਕੀ ਹੋਇਆ ਤੇ ਨੁਕਸਾਨ ਕੀ ਹੋਇਆ? ਵਾਜ਼ ਇਟ ਅ ਫੇਲਡ ਪ੍ਰੋਜੈਕਟ ਔਰ ਵੈਰੀ ਸਕਸੈਸਫੁਲ ਪ੍ਰੋਜੈਕਟ? ਵੈਰੀ ਸਕਸੈਸਫੁਲ ਤਾਂ ਆਪਾਂ ਇਹਨੂੰ ਨਹੀਂ ਕਹਿ ਸਕਦੇ। ਇਹਦੇ ਕੁਝ ਫਾਇਦੇ ਵੀ ਹੋਏ ਔਰ ਉਹਦੇ ਨੁਕਸਾਨ ਵੀ ਬਹੁਤ ਹੋਏ। ਫਾਇਦੇ ਇਹ ਹੋਏ ਕਿ ਯੈਸ, ਪੰਜਾਬੀ ਭਾਸ਼ਾ ਤੇ ਆਧਾਰਿਤ ਇੱਕ ਸੂਬਾ ਮਿਲਿਆ। ਪੰਜਾਬੀ ਦੀ ਇੱਕ ਤਰ੍ਹਾਂ ਨਾਲ ਅਗਰ ਪੰਜਾਬੀ ਦਾ ਸੂਬਾ ਨਾ ਬਣਦਾ ਤਾਂ ਦਿਸ ਇਜ਼ ਮਾਈ ਵੈਰੀ ਪਰਸਨਲ ਵਿਊ ਕਿ ਸ਼ਾਇਦ ਪੰਜਾਬੀ ਭਾਸ਼ਾ ਰੁਲ ਜਾਣੀ ਸੀ। ਅੱਜ ਦੇ ਸਮੇਂ ਦੇ ਵਿੱਚ ਚਾਹੇ ਆਪਣੇ ਕੋਲ ਪੰਜਾਬੀ ਤੇ ਆਧਾਰਿਤ ਇੱਕ ਸੂਬਾ ਆ, ਅੱਜ ਦੇ ਸਮੇਂ 'ਚ ਵੀ ਪੰਜਾਬੀ ਭਾਸ਼ਾ ਦੀ ਕਦਰ ਪਹਿਲਾਂ ਨਾਲੋਂ ਬਹੁਤ ਘੱਟ ਚੁੱਕੀ ਹੈ। ਪੰਜਾਬੀ ਇੱਕ ਵਿਚਾਰੀ ਭਾਸ਼ਾ ਬਣ ਕੇ ਰਹਿ ਚੁੱਕੀ ਹੈ। ਦੂਸਰਾ ਫਾਇਦਾ ਇਹ ਹੋਇਆ ਕਿ ਜਿਹੜੀਆਂ ਨਾਨ ਕਾਂਗਰਸ ਪਾਰਟੀ ਸੀ, ਉਹਨਾਂ ਦੀ ਪੋਲਿਟਿਕਸ ਇਸ ਦੇ ਵਿੱਚ ਉਭਰੀ। ਜਨਸੰਘ ਨੂੰ ਵੀ ਫਾਇਦਾ ਮਿਲਿਆ। ਜਿਹੜੀਆਂ ਪਾਰਟੀਸ਼ਨ ਹੋਣ ਤੋਂ ਬਾਅਦ ਹਰਿਆਣਾ ਔਰ ਪੰਜਾਬ ਅਲੱਗ-ਅਲੱਗ ਹੋਣ ਤੋਂ ਬਾਅਦ ਦੀਆਂ ਇਲੈਕਸ਼ਨਾਂ ਆਉਂਦੀਆਂ, ਉਹਦੀ ਆਪਾਂ ਗੱਲ ਫਿਰ ਕਰਾਂਗੇ। ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਨਸੰਘ ਦੀਆਂ ਵੋਟ ਪਰਸੈਂਟੇਜ ਵੀ ਵਧਿਆ, ਅਕਾਲੀ ਦਲ ਦਾ ਵੀ ਬਹੁਤ ਵਧਿਆ। ਕਾਂਗਰਸ ਨੂੰ ਬਹੁਤ ਵੱਡਾ ਫਰਕ ਨਹੀਂ ਪਿਆ, ਬਟ ਕਾਂਗਰਸ ਦੀ ਜਿਹੜੀ ਮੋਨੋਪੋਲੀ ਸੀ ਪੋਲਿਟਿਕਸ ਦੇ ਵਿੱਚ ਉਹ ਖਤਮ ਹੋਈ। ਚਾਹੇ ਕਾਂਗਰਸ ਉਸ ਤੋਂ ਬਾਅਦ ਵੀ ਕਈ ਸਾਲ ਡੋਮੀਨੇਟ ਰਹੀ, ਪਰ ਜਿਹੜੀਆਂ ਨਾਨ ਕਾਂਗਰਸ ਪਾਰਟੀ ਸੀ, ਜਿਨ੍ਹਾਂ ਨੇ ਅਲਟੀਮੇਟਲੀ, ਜਿਵੇਂ ਅਕਾਲੀ ਦਲ, ਉਹਨਾਂ ਚੋਂ ਇੱਕ ਜਿਹੜੀ ਸਭ ਤੋਂ ਵੱਡੀ ਉੱਭਰ ਕੇ ਪਾਰਟੀ ਆਈ, ਜਿਨ੍ਹਾਂ ਨੇ ਅਲਟੀਮੇਟਲੀ ਪਾਰਟੀ ਦੀ ਮੋਨੋਪੋਲੀ ਨੂੰ ਖਤਮ ਕੀਤਾ, ਉਹਦੀ ਡੋਮੀਨੈਂਸ ਨੂੰ ਖਤਮ ਕਰ ਦਿਆ ਆਉਣ ਵਾਲੇ ਸਾਲਾਂ 'ਚ। ਸੋ ਇਹ ਇੱਕ ਇਹਦਾ ਪੋਲੀਟੀਕਲ ਫਾਇਦਾ ਸੀ। ਨਾਲ ਹੀ ਪੰਜਾਬ ਦੇ ਵਿੱਚ ਇੱਕ ਪੀਸ ਇਸਟੈਬਲਿਸ਼ ਹੋਈ। ਜਿਹੜਾ ਹਿੰਦੂ ਸਿੱਖ ਡਿਵਾਈਡ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਸ਼ੁਰੂ ਵਾਲੇ 2 ਦਹਾਕਿਆਂ ਦੇ ਵਿੱਚ, ਉਹ ਖਤਮ ਹੋਇਆ। ਇੱਕ ਸਭ ਤੋਂ ਵੱਡੀ ਚੀਜ਼ ਸੀ, ਬਟ ਇਹਦੇ ਨੁਕਸਾਨ ਬਹੁਤ ਹੋਏ। ਕੌਨਸ ਕੀ ਆ ਇਹਦੇ, ਜੋ ਆਪਾਂ ਨੂੰ ਇਹਦੇ ਨੁਕਸਾਨ ਹੋਇਆ ਪੰਜਾਬੀ ਸੂਬਾ ਮੂਵਮੈਂਟ ਤੇ? ਇੱਕ ਤਾਂ ਇਹ ਸਭ ਤੋਂ ਵੱਡਾ ਜਿਓਗ੍ਰਾਫੀਕਲ ਲਾਸ ਹੋਇਆ, ਇੱਕ ਟੋਪੋਗ੍ਰਾਫੀਕਲ ਲਾਸ ਹੋਇਆ। ਪੰਜਾਬ ਜਿਹੜਾ ਉਹ ਟੁੱਟ ਗਿਆ। ਉਹਦੀਆਂ ਬਹੁਤ ਤਰ੍ਹਾਂ ਦੀਆਂ ਜਿਹੜੀ ਜਿਓਗ੍ਰਾਫੀ ਸੀ ਆਪਣੀ ਹਿਮਾਚਲ 'ਚ ਰਹਿ ਗਈ, ਥੋੜੀ ਜੀ ਹਰਿਆਣਾ 'ਚ ਚਲੀ ਗਈ। ਨਾਲ ਜਿਹੜਾ ਕਿੱਥੇ ਦਿੱਲੀ ਨਾਲ ਬਾਰਡਰ ਟੱਚ ਕਰਦਾ ਸੀ, ਕਿੱਥੇ ਅੱਜ ਆਪਾਂ ਦਿੱਲੀ ਤੋਂ ਬਹੁਤ ਦੂਰ ਆ ਗਏ। ਪਲੱਸ ਇਹਦਾ ਨੁਕਸਾਨ ਇੱਕ ਇਹ ਵੀ ਆਇਆ ਵੀ ਦਿੱਲੀ ਦੇ ਨਾਲ ਬੜਾ ਇੱਕ ਹੇਟ ਜਿਹਾ ਰਿਲੇਸ਼ਨਸ਼ਿਪ ਇਸ ਪੰਜਾਬੀ ਸੂਬਾ ਮੂਵਮੈਂਟ ਦੇ ਵਿੱਚ ਇੱਕ ਜਿਹੜਾ ਨੈਰੇਟਿਵ ਸੈੱਟ ਕੀਤਾ ਗਿਆ ਕਿ ਦਿੱਲੀ ਵਿਤਕਰਾ ਕਰਦੀ ਹੈ ਪੰਜਾਬ ਨਾਲ, ਦਿੱਲੀ ਵਿਤਕਰਾ ਕਰਦੀ ਹੈ ਸਿੱਖਾਂ ਦੇ ਨਾਲ। ਉਹ ਨੈਰੇਟਿਵ ਬਹੁਤ ਮਾੜਾ ਸੀ। ਉਸ ਨੈਰੇਟਿਵ ਦਾ ਨੁਕਸਾਨ ਆਪਾਂ ਅੱਜ ਤੱਕ ਭੁਗਤ ਰਹੇ ਹਾਂ। ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਨੈਰੇਟਿਵ ਹਜੇ ਵੀ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਥਾਵਾਂ ਤੇ ਇਹ ਨੈਰੇਟਿਵ ਦੇਖਣ ਨੂੰ ਮਿਲਦਾ ਸੀ, ਸੋ ਇਹ ਨੈਰੇਟਿਵ ਆਉਣ ਵਾਲੇ ਸਮੇਂ 'ਚ ਵੀ ਪੰਜਾਬ ਨੂੰ ਨੁਕਸਾਨ ਕਰਾਏਗਾ। ਸਟੇਟ ਔਰ ਸੈਂਟਰ ਦੇ ਰਿਲੇਸ਼ਨਸ਼ਿਪਸ ਮੈਨੂੰ ਲੱਗਦਾ ਕਿ ਇਸ ਚੀਜ਼ ਤੇ ਸਹੀ ਨਹੀਂ ਹੋ ਪਾਣਗੇ, ਕਿਉਂਕਿ ਜਦੋਂ ਇਹ ਨੈਰੇਟਿਵ ਸਮਾਜ ਦੇ ਵਿੱਚ ਵਿਖਰਦਾ ਹੈ ਤਾਂ ਜਿਹੜੀਆਂ ਸੀਐਮ ਹੋ ਗਏ ਆ, ਹੋਰ ਪੋਲੀਟੀਕਲ ਪਾਰਟੀਆਂ ਰੂਲਿੰਗ ਆ, ਉਹ ਵੀ ਵੋਟਾਂ ਦੇ ਲਈ ਇਸ ਨੈਰੇਟਿਵ ਨੂੰ ਆਪਣੇ ਲਈ ਯੂਜ਼ ਕਰਦੇ ਆ, ਫਾਇਦਾ ਖੱਟਣ ਦੇ ਲਈ, ਪੋਲੀਟੀਕਲ ਮਾਈਲੇਜ ਲੈਣ ਦੇ ਲਈ, ਤਾਂ ਕਿ ਉਹ ਲੋਕਾਂ ਨੂੰ ਦਿਖਾ ਸਕਣ ਕਿ ਅਸੀਂ ਤੁਹਾਡੀ ਹੀ ਭਾਸ਼ਾ ਬੋਲਦੇ ਹਾਂ। ਨਾਲ ਹੀ ਪੰਜਾਬ ਦੇ ਪਾਣੀਆਂ ਦਾ ਮੁੱਦਾ, ਜਦੋਂ ਰੀਆਰਗੇਨਾਈਜੇਸ਼ਨ ਪੰਜਾਬ ਦਾ ਐਕਟ ਬਣਦਾ 1966 ਦੇ ਵਿੱਚ, ਇੰਦਰਾ ਗਾਂਧੀ ਪੰਜਾਬ ਦੇ ਜਿਹੜੇ ਡੈਮ ਆ, ਭਾਖੜਾ ਨੰਗਲ ਡੈਮ ਤੇ ਹੋਰ ਜਿਹੜੇ ਪਾਣੀਆਂ ਦੇ ਇਸ਼ੂ ਸੀ, ਉਹਨਾਂ ਦਾ ਸਾਰਿਆਂ ਦਾ ਰਾਈਟ ਸੈਂਟਰ ਨੂੰ ਦੇ ਦਿੰਦੇ ਆ, ਉਹ ਸੈਂਟਰ ਦੇ ਕੋਲ ਰਹਿੰਦਾ ਹੈ। ਸੋ ਪੰਜਾਬ ਦੇ ਪਾਣੀ ਖੁੱਸ ਗਿਆ ਪੰਜਾਬ ਤੋਂ। ਨਾਲ ਹੀ ਜਿਹੜਾ ਚੰਡੀਗੜ੍ਹ ਹੈ, ਜਦੋਂ ਪੰਜਾਬ ਔਰ ਹਰਿਆਣਾ ਬਣਿਆ, ਉਸ ਟਾਈਮ ਜਿਹੜੀ ਉਹ ਕਮੇਟੀ ਸੀ, ਸ਼ਾਹ ਕਮਿਸ਼ਨ ਸੀ, ਉਹਦੇ ਵਿੱਚੋਂ 3 ਮੈਂਬਰ ਸੀ। ਤਿੰਨਾਂ ਚੋਂ 2 ਜਾਣੇ ਚਾਹੁੰਦੇ ਸੀ ਕਿ ਚੰਡੀਗੜ੍ਹ ਹਰਿਆਣੇ ਨੂੰ ਦਿੱਤਾ ਜਾਵੇ ਔਰ ਇੱਕ ਚਾਹੁੰਦਾ ਸੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਸੋ ਇੱਕ ਡਿਸਪਿਊਟ ਇਮਰਜ ਹੋਇਆ। ਚੰਡੀਗੜ੍ਹ ਅੱਜ ਵੀ ਇੱਕ ਡਿਸਪਿਊਟਡ ਏਰੀਆ ਆ ਸੈਂਟਰ ਔਰ ਸਟੇਟ ਦੇ ਰਿਲੇਸ਼ਨਸ ਦੇ ਵਿੱਚ। ਪੰਜਾਬ ਔਰ ਹਰਿਆਣਾ ਦੇ ਵਿੱਚ ਇਹੀ ਮੰਨਿਆ ਜਾਂਦਾ, ਹਰਿਆਣਾ ਆਪਣਾ ਕਲੇਮ ਠੋਕਦਾ ਹੈ ਔਰ ਪੰਜਾਬ ਕਹਿੰਦਾ ਕਿ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ ਚੰਡੀਗੜ੍ਹ ਪੰਜਾਬ ਦਾ। ਸੋ ਇਹ
ਇੱਕ ਪੋਲਿਟਿਕਸ ਖੇਡਣ ਦੇ ਲਈ ਜਿਹੜਾ ਚੰਡੀਗੜ੍ਹ ਦਾ ਡਿਸਪਿਊਟ ਹੈ ਜਿਹੜਾ ਅੱਜ ਤੱਕ ਕੰਟੀਨਿਊ ਆ, ਇਟ ਇਜ਼ ਅ ਪ੍ਰੋਬਲਮ ਕਿ ਜਿਹੜਾ ਅੱਜ ਪੰਜਾਬ ਹੈ ਔਰ ਹਰਿਆਣਾ ਇਹਦੀ ਇੱਕ ਆਪਣੀ ਕੈਪੀਟਲ ਨਹੀਂ ਹੈ, ਇੱਕ ਸਾਂਝੀ ਕੈਪੀਟਲ ਹੈ। ਲੈਂਗੁਏਜ ਬੇਸਡ ਕਮਿਊਨਲਿਜ਼ਮ ਪੈਦਾ ਹੋ ਗਿਆ। ਪੋਲੀਟੀਕਲ ਲੋਕਾਂ ਨੇ, ਸਿਆਸਤਦਾਨਾਂ ਨੇ ਆਪਣੀ ਪੋਲਿਟਿਕਸ ਚਮਕਾਉਣ ਦੇ ਲਈ ਭਾਸ਼ਾ ਨੂੰ ਵਰਤਿਆ, ਭਾਸ਼ਾ ਤੇ ਆਧਾਰਿਤ ਫਿਰਕਾ ਪ੍ਰਸਤੀ ਨੂੰ ਜਨਮ ਦਿੱਤਾ, ਜਿਹੜੀ ਅੱਜ ਦੇ ਸਮੇਂ 'ਚ ਵੀ ਮੈਨੂੰ ਲੱਗਦਾ ਹੈ ਵੀ ਜ਼ਰੂਰ ਐਗਜ਼ਿਸਟ ਕਰਦੀ ਹੈ, ਚਾਹੇ ਉਹ ਕਿਤੇ ਦੱਬੀ ਪਈ ਆ। ਅੱਜ ਵੀ ਜਿਹੜਾ ਉਹ ਪੰਜਾਬੀ ਹਿੰਦੀ ਦਾ ਹੇਟਰੇਡ ਆ ਉਹ ਦੇਖਣ ਨੂੰ ਮਿਲਦਾ ਆ, ਚਾਹੇ ਉਹ ਬਹੁਤ ਐਵੀਡੈਂਟ ਹੋ ਕੇ ਆਪਣੇ ਸਾਹਮਣੇ ਨਾ ਆਉਂਦਾ ਹੋਵੇ। ਰਹੀ ਗੱਲ ਪੰਜਾਬੀ ਦੀ, ਪੰਜਾਬੀ ਅੱਜ ਦੇ ਸਮੇਂ ਦੇ ਵਿੱਚ ਵੀ ਰੁਲਦੀ ਪਈ ਹੈ। ਹਿਬਰੂ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ ਤੋਂ ਬਣੀ, ਔਰ ਦੂਜੀ ਯੂਨੀਵਰਸਿਟੀ ਜਿਹੜੀ ਉਹ ਪੰਜਾਬੀ ਯੂਨੀਵਰਸਿਟੀ ਹੈ ਵਰਲਡ ਦੀ, ਜਿਹੜੀ ਭਾਸ਼ਾ ਦੇ ਆਧਾਰ ਤੇ ਦੂਜੀ ਯੂਨੀਵਰਸਿਟੀ ਹੈ। ਦੂਜੀ ਯੂਨੀਵਰਸਿਟੀ ਵਰਲਡ ਦੀ ਭਾਸ਼ਾ ਦੇ ਆਧਾਰ ਤੇ ਜਿਹੜੀ ਪੰਜਾਬ ਦੇ ਕੋਲ ਹੈ ਆਪਣਾ ਸਰਮਾਇਆ ਆ, ਉਹ ਕਰਜ਼ੇ 'ਚ ਡੁੱਬੀ ਹੋਈ ਆ। ਪੰਜਾਬੀ ਭਾਸ਼ਾ ਅੱਜ ਵੀ ਰੁਲਦੀ ਆ। ਜਿਹੜੇ ਬੱਚੇ 2010 ਤੋਂ ਬਾਅਦ ਪੈਦਾ ਹੋਏ ਆ ਉਹਨਾਂ ਦਾ ਪੰਜਾਬੀ ਨਾਲੋਂ ਮੋਹ ਟੁੱਟ ਚੁੱਕਾ ਹੈ। ਅਗਰ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਕੇ ਸਟੰਟ ਵੀ ਮਾਰਿਆ ਗਿਆ, ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ ਇੱਕ ਬਿੱਲ ਵੀ ਪਾਸ ਕੀਤਾ ਗਿਆ, ਉਹ ਜਿਹੜਾ ਬਿੱਲ ਵੀ ਪਾਸ ਕੀਤਾ ਗਿਆ ਉਹ ਵੀ ਇਟਸੈਲਫ ਅੰਗਰੇਜ਼ੀ 'ਚ ਕੀਤਾ ਗਿਆ, ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਵੀ ਨਹੀਂ ਕਰਵਾਇਆ ਗਿਆ। ਅਗਰ ਪੰਜਾਬੀ ਭਾਸ਼ਾ ਸਾਡੀ ਵਿਧਾਨ ਸਭਾ ਦੀ ਭਾਸ਼ਾ ਨਹੀਂ ਹੈ, ਸਾਡੀ ਹਾਈ ਕੋਰਟ ਦੀ ਭਾਸ਼ਾ ਨਹੀਂ ਹੈ, ਸਾਡੇ ਦਫ਼ਤਰਾਂ ਦੀ ਭਾਸ਼ਾ ਨਹੀਂ ਹੈ, ਤਾਂ ਆਪਾਂ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਸਿਰਫ ਇੱਕ ਮੇਅਰਲੀ ਸਟੰਟ ਮਾਰ ਕੇ ਪੋਲੀਟੀਕਲ ਪਰਪਸ ਲਈ ਹੀ ਵਰਤਨ ਜੋਗੇ ਰਹਿ ਗਏ ਆ।